ਜਦੋਂ ਗੁਰੂ ਸਾਹਿਬਾਨ ਦੇ ਪਾਸ ਆ ਕੇ ਸਜਦੇ ਹਾਂ, ਇਹ ਸਵਾਸ, ਇਹ ਘੜੀਆਂ ਹੋਰ ਵੀ ਕੀਮਤੀ ਹੋ ਜਾਂਦੀਆਂ ਨੇ, ਕਿਉਂਕਿ ਗੁਰੂ ਦੇ ਪਾਸ ਆ ਕੇ ਕੁਝ ਅਜਿਹਾ ਸਿੱਖਣ ਨੂੰ ਮਿਲਦਾ ਜਿਸ ਨੂੰ ਜ਼ਿੰਦਗੀ ਦੇ ਵਿੱਚ ਕਮਾ ਕੇ, ਜ਼ਿੰਦਗੀ ਨੂੰ ਅੰਦਰੋਂ ਵੀ ਤੇ ਜ਼ਿੰਦਗੀ ਨੂੰ ਬਾਹਰੋਂ ਵੀ ਬਹੁਤ ਹੀ ਖੂਬਸੂਰਤ ਬਣਾਇਆ ਜਾ ਸਕਦਾ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਗੁਰਦੇਵ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰੋ ਜੀ। ਪਿਆਰ ਤੇ ਅਦਬ ਸਹਿਤ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 621 ਅੰਗ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਬਚਨਾਂ ਦੇ ਅੰਦਰ ਫਰਮਾਇਆ ਹੈ ਕਿ ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਅਨ ਦਿਨ ਦੇ ਅਰਥ ਹੁੰਦੇ ਨੇ ਕਿ ਨਿਤਾ ਰੋਜ਼ ਹੀ, ਹਰ ਰੋਜ਼। ਸੁਕ੍ਰਿਤ ਦੇ ਅਰਥ ਨੇ ਭਲਾਈ ਦੇ ਕੰਮ, ਸ਼ਰਧਾ ਵਾਲੇ, ਸੇਵਾ ਵਾਲੇ ਚੰਗੇ ਕਰਮ ਨੂੰ ਸੁਕ੍ਰਿਤ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਨੂੰ ਪ੍ਰੇਰ ਰਹੇ ਨੇ। ਕਹਿੰਦੇ ਇੱਕ ਸਰੀਰ ਦੇ ਕਰਮ ਹੁੰਦੇ ਨੇ, ਇੱਕ ਮਾਨਸਿਕ ਕਰਮ ਹੁੰਦੇ ਆ, ਜਿਨ੍ਹਾਂ ਦੇ ਨਾਲ ਆਪਾਂ ਹੱਥਾਂ ਪੈਰਾਂ ਦੇ ਨਾਲ ਤਾਂ ਆਪਾਂ ਕੰਮ ਕਰਨਾ ਹੁੰਦਾ, ਪੈਰਾਂ ਦੇ ਨਾਲ ਚੱਲ ਕੇ ਜਾਣਾ ਹੁੰਦਾ, ਹੱਥਾਂ ਦੇ ਨਾਲ ਕਿਰਤ ਕਰਨੀ ਹੁੰਦੀ ਹੈ। ਪਰ ਰਸਨਾ ਉਸ ਸਮੇਂ ਕੋਈ ਵੀ ਕਰਮ ਨਹੀਂ ਕਰਦੀ ਹੁੰਦੀ। ਸੋ ਉੱਠਦਿਆਂ ਬਹਿੰਦਿਆਂ ਨੂੰ ਹਾਥ ਪਾਓ ਕਰ ਕਾਮ ਸਭ, ਚੀਤ ਨਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਸਾਹਿਬ ਕਹਿੰਦੇ ਕੰਮ ਕਰੀ ਚੱਲੋ। ਉਹ ਜ਼ਰੂਰੀ ਨੇ। ਪਹਿਲਾ ਸਿਧਾਂਤ ਸਿੱਖੀ ਦਾ ਜਿਹੜਾ ਕਿਰਤ ਕਰੋ ਲਿਖਿਆ ਗੁਰਬਾਣੀ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤਾਂ ਦੇ ਅਨੁਸਾਰ ਨਾਮ ਜਪਣਾ ਦੂਜੇ ਨੰਬਰ 'ਤੇ ਆਉਂਦਾ, ਵੰਡ ਕੇ ਛਕਣਾ ਫਿਰ ਤੀਜੇ 'ਤੇ ਆਉਂਦਾ। ਕਿਉਂਕਿ ਮੰਨਿਆ ਜਾਂਦਾ ਵੀ ਜਿਹੜਾ ਨਾਮ ਜਪੂਗਾ ਉਹ ਜਪੇ ਹੋਏ ਨਾਮ 'ਚੋਂ ਕਿਸੇ ਨੂੰ ਕੁਝ ਦੇ ਸਕਦਾ। ਜਿਹੜਾ ਕਿਰਤ ਕਰੂਗਾ, ਕੁਝ ਜਿਹਦੇ ਕੋਲ ਦਮੜੇ ਹੋਣਗੇ ਚਾਰ, ਉਹਦੇ ਨਾਲ ਹੀ ਫਿਰ ਉਹ ਕੁਝ ਕਿਸੇ ਨੂੰ ਦੇ ਸਕਦਾ। ਜੇ ਆਪਦੇ ਕੋਲ ਹੀ ਕੁਝ ਨਹੀਂ ਤਾਂ ਕਿਸੇ ਨੂੰ ਕੀ ਦੇ ਸਕਦਾ। ਜਿਹਦੇ ਅੰਦਰ ਆਪਦੇ ਕੋਈ ਨਾਮ ਨਹੀਂ, ਕੋਈ ਗਿਆਨ ਨਹੀਂ, ਉਹ ਦੂਜੇ ਨਾਲ ਕਿਵੇਂ ਸਾਂਝ ਪਾਵੇਗਾ, ਵੰਡ ਕੇ ਕਿਵੇਂ ਛਕੇਗਾ। ਸੋ ਮਹਾਰਾਜ ਨੇ ਉਹ ਤੀਜੇ ਨੰਬਰ 'ਤੇ ਰੱਖਿਆ, ਵੰਡ ਕੇ ਛਕਣ ਨੂੰ। ਇੱਥੇ ਗੁਰਸਿੱਖ ਨੂੰ ਤਿੰਨੇ ਸਿਧਾਂਤ ਕਹਿ ਰਹੇ ਨੇ ਕਿ ਹੱਥਾਂ ਪੈਰਾਂ ਦੇ ਨਾਲ ਤੂੰ ਕਿਰਤ ਕਰ, ਸੁਕ੍ਰਿਤ ਕਰੀਏ। ਕਿਰਤ ਵਿਰਤ ਕਰ ਧਰਮ ਦੀ, ਚੰਗੀ ਕਮਾਈ ਕਰ, ਭਾਵ ਕਿ ਉਹ ਕਮਾਈ ਕਰੀ ਜਿਹਦੇ ਨਾਲ ਕਿਸੇ ਨੂੰ ਠੇਸ ਨਾ ਪਹੁੰਚੇ, ਧਰਮ ਦੀ ਕਮਾਈ ਕਰੀ। ਫਿਰ ਅੱਗੇ ਉੱਠਦਿਆਂ ਬਹਿੰਦਿਆਂ ਹਰ ਹਰ ਧਿਆਈਐ, ਨਾਮ ਜਪੀ, ਤੇ ਬਾਅਦ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਜਪੇ ਹੋਏ ਨਾਮ ਨੂੰ ਵੀ ਵੰਡ ਕੇ ਛਕੀ, ਕਮਾਏ ਹੋਏ ਪੈਸੇ ਨੂੰ ਵੀ ਪਰਿਵਾਰ ਦੇ ਜੀਆਂ ਵਿੱਚ ਵੀ ਤੇ ਲੋੜਵੰਦ ਦੇ ਨਾਲ ਵੰਡ ਕੇ ਛਕਣਾ ਕਰੀ।
ਆਪਦੇ ਮੁਤਾਬਕ ਜਿੰਨੀ ਕਿਸੇ ਦੀ ਸਮਰੱਥਾ। ਨਾਮਾ ਕਹਿ ਤਿਲੋਚਣਾ, ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਕੀਤੇ ਜਾ ਸਕਦੇ ਨੇ ਤੇ ਕੰਮ ਕਰਦਿਆਂ ਭਗਤ ਜੀ ਕਹਿੰਦੇ ਪਰਮਾਤਮਾ ਨੂੰ ਯਾਦ ਆ ਜਿਹੜਾ ਕੀਤਾ ਜਾ ਸਕਦਾ। ਇੱਕ ਸ਼ਾਇਰ ਕਹਿੰਦਾ ਹੈ, ਕਹਿੰਦਾ ਕਿ ਹੇ ਵਾਹਿਗੁਰੂ, ਜਦੋਂ ਤਸਬੀਹ ਲੈ ਕੇ ਤੈਨੂੰ ਯਾਦ ਕਰਨ ਬੈਠਦੇ ਆ ਤੇ ਉਦੋਂ ਤੂੰ ਯਾਦ ਨਹੀਂ ਆਉਂਦਾ, ਉਦੋਂ ਅੰਦਰ ਸੰਸਾਰ ਦੀ ਯਾਦ ਹੁੰਦੀ ਆ। ਜਦੋਂ ਯਾਦ ਕਰਨ ਤੈਨੂੰ ਲੱਗਦੇ ਆ ਉਦੋਂ ਅੰਦਰ ਪਰਿਵਾਰ ਦੀ ਯਾਦ ਚੱਲਦੀ ਆ, ਤੂੰ ਨਹੀਂ ਹੁੰਦਾ। ਹੇ ਪ੍ਰਭੂ, ਜਦੋਂ ਤੈਨੂੰ ਯਾਦ ਕਰਦੇ ਆ ਉਦੋਂ ਪ੍ਰਭਤਾ ਦੀ ਅੰਦਰ ਯਾਦ ਹੁੰਦੀ ਆ, ਤੂੰ ਨਹੀਂ ਹੁੰਦਾ। ਕਹਿੰਦੇ ਮੰਨਦਾ ਮੈਂ ਸਰੀਰ ਦੀ ਪਹੁੰਚ ਤੇਰੇ ਤੱਕ ਨਹੀਂ, ਇੱਥੇ ਸਵਾਹ ਹੋ ਜਾਵੇਗਾ, ਢੇਰੀ ਹੋ ਜਾਵੇਗਾ ਭਸਮ ਕੀ, ਪਰ ਸਾਡੇ ਸਿਮਰਤੀ ਦੀ ਯਾਦ, ਸਾਡੇ ਖਿਆਲਾਂ ਦੇ ਫੁਰਨੇ ਜਿਹੜੇ ਨੇ ਤੇਰੇ ਤੱਕ ਨਹੀਂ ਪਹੁੰਚ ਰਹੇ। ਫੇਰਦਾ ਹਾਂ ਤਸਬੀਹ, ਬੜੀ ਦੂਰ ਜਾਪਦਾ ਤੇਰਾ ਘਰ, ਪਰਿਵਾਰ ਯਾਦ ਆਉਣ ਲੱਗ ਪੈਂਦਾ। ਫੇਰਦਾ ਹਾਂ ਮਾਲਾ ਦੇ ਮਣਕੇ ਤੇ ਪਰਿਵਾਰ ਦੀ ਯਾਦ ਚੱਲ ਪੈਂਦੀ ਆ, ਬਾਜ਼ਾਰ ਚੱਲ ਪੈਂਦਾ, ਪਰ ਤੇਰੀ ਯਾਦ ਨਹੀਂ ਆਉਂਦੀ। अब चूं याद रफ्तगा कैसे करूं, पहुंच ही नहीं तेरे तक। दोस्तों ने बड़ी दूर बसाई हैं बस्तियां, हे खुदा तेरी बस्ती जिहड़ी आ, तेरा घर जिहड़ा वो बड़ी दूर आ। भगत फरीद जी कहंदे ने ना, गलिए चिक्कड़ दूर घर फरीदा, गलिए चिक्कड़ दूर घर नाल प्यारे ने हूँ, चलां तां भिज्जे कंबली, राहां तां टुटे ने। फरीद साहब जी कहंदे ना कि देखो एक दिन ऐसा होया, वो आपदे मुरशद दे पास जाना चाहुंदे सी। उन्हां दे मुरशद दा जिहड़ा नाम सी वो सी बख्तियार काकी। बख्तियार काकी जी दे पास उन्होंने रह के तालीम हासिल की आ। कई मनते ने कि शेख फरीद जी दे दो मुरशद सन, दो रहबरां नूं उन्होंने फकीरां नूं धारण किया अपना गुरु, पर कई कहते नहीं बख्तियार काकी जी सन जिन्हां दे कोलों जाया करते सी। जिवें अज मौसम बरखा हो रही है ना मौले धार, उदन उवें ही हो रही सी, बहुत बरखा हुई बहुत ज़्यादा। फरीद साहब जी कहते कि उस दिन मैं सोचा पहला भी जे मैं आपदे मुरशद दे कोल जाना तो बरखा बहुत हो रही आ, वरखा भी हो रही आ, पुराना जमाना, गलियां दे विच चिक्कड़ आ। फरीदा गलिए चिक्कड़ दूर घर नाल प्यारे ने। गलियां दे विच गारा वा, बरखा भी हो रही आ, पर प्यारे दा घर जिहड़ा मेरे मुरशद दा वो दूर आ, नेड़े नहीं हैगा। जिवें कई वारी बरखा हुंदी आ ना ते आपां जे नेड़े जाना होवे आपां कहने कोई गल नहीं भी ज़्यादा आपां भिजांगे नहीं, आपां पहुँच ही जाना, ज़्यादा दूरी नहीं हैगी। इत्थे तिन्ने गल्लां इकट्ठियां हो रही ने। वरस मेघ जी बिल तिल मना लावो, मीह भी बहुत जोरां दी पै रहा, बहुत ज़्यादा। उपरों कच्चियां गलियां ने, उदों इदां तां नहीं सी, पुराना जमाना, गुरु नानक साहब जी दे पहलां दीयां गल्लां ने, उदों दी पुराना जमाना, कच्चे राह, चिक्कड़ भी बहुत आ, गारा भी बहुत आ गलियां च, घर भी दूर आ, तीन गल्लां रल गईयां। पर नाल प्यारे ने हूँ, पर हे मेरे मुरशद बख्तियार काकी जी तुहाडे नाल मेरा प्यार भी बहुत आ, की करा।
ਕੀ ਕਰਾਂ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋਂ। ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਕਹਿੰਦੇ ਜੇ ਮੈਂ ਚੱਲਦਾ ਹਾਂ ਇੰਨੀ ਬਰਖਾ ਦੇ ਵਿੱਚ ਤੁਹਾਨੂੰ ਮਿਲਣ ਵਾਸਤੇ ਮੇਰੇ ਮੁਰਸ਼ਦ, ਤਾਂ ਮੇਰੀ ਕੰਬਲੀ ਭਿੱਜਦੀ ਆ। ਜੇ ਮੈਂ ਘਰੇ ਰਹਿਣਾ ਮੇਰਾ ਨੇਹ ਟੁੱਟਦਾ, ਮੇਰਾ ਨਿਤਨੇਮ ਟੁੱਟਦਾ ਹੈ ਵੀ ਮੈਂ ਰੋਜ਼ ਹੀ ਤੁਹਾਡੇ ਕੋਲ ਆਉਣਾ ਤਾਲੀਮ ਲੈਣ ਵਾਸਤੇ। ਕੁਰਾਨ ਦੀ ਨਮਾਜ਼ ਆਪਾਂ ਇਕੱਠੇ ਪੜ੍ਹਦੇ ਹਾਂ। ਗਲੀਆਂ ਵਿੱਚ ਚਿੱਕੜ ਹੋਵੇ ਤਾਂ ਹੋਵੇ, ਮੀਂਹ ਪੈਂਦਾ ਤਾਂ ਪਵੇ। ਉਹਦਾ ਦੂਰ ਮੁਰਸ਼ਦ ਦਾ ਜਿਹੜਾ ਘਰ ਆ ਹੋਵੇ ਤਾਂ ਹੋਵੇ, ਮੈਂ ਜਾਵਾਂਗਾ। ਫਿਰ ਦੂਜੀ ਪੰਕਤੀ ਵਿੱਚ ਫੈਸਲਾ ਕਰ ਦਿੱਤਾ। ਪਹਿਲਾਂ ਕਹਿੰਦੇ ਸੀ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋਂ। ਫਿਰ ਕਹਿੰਦੇ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੇ ਨੇਹੋਂ। ਜੇ ਰਹਿਣਾ ਵਾ ਘਰੇ ਤਾਂ ਨੇਹ ਟੁੱਟਦਾ, ਨੇਮ ਟੁੱਟਦਾ। ਜੇ ਜਾਨਾ ਤਾਂ ਕੰਬਲੀ ਭਿੱਜਦੀ ਆ। ਕੀ ਕਰਾਂ, ਪੈਰ ਲਿਬੜ ਜਾਣਗੇ ਗਾਰੇ ਨਾਲ। ਫੈਸਲਾ ਫਿਰ ਕੀ ਕੀਤਾ, ਭਿੱਜੋ ਸਿੱਜੋ ਕੰਬਲੀ, ਅੱਲੇ ਵਰਸੋ ਮੇਹੂੰ। ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀ ਨੇਹੋਂ। ਕਹਿੰਦੇ ਕੰਬਲੀ ਭਿੱਜੀ ਤਾਂ ਭਿੱਜੇ ਸੁਕਾਲਾਂਗੇ। ਭਗਤ ਫਰੀਦ ਜੀ ਕਹਿੰਦੇ ਭਿੱਜੋ ਸਿੱਜੋ ਕੰਬਲੀ, ਵੱਧ ਤੋਂ ਵੱਧ ਇਹ ਹੋ ਜੂਗੀ ਵੀ ਬਹੁਤ ਜ਼ਿਆਦਾ ਬਰਖਾ ਦੇ ਪਾਣੀ ਦੇ ਨਾਲ ਭਿੱਜ ਜਾਵੇਗੀ, ਸੁਕਾਲਾਂਗੇ। ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੋ ਮੇਹੂੰ। ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀ ਨੇਹੋਂ। ਮੈਂ ਆਪਦੇ ਮੁਰਸ਼ਦ ਦੇ ਪਾਸ, ਬਖਤਿਆਰ ਕਾਕੀ ਜੀ ਦੇ ਪਾਸ ਜਾ ਕੇ ਰਹਾਂਗਾ, ਜਾ ਕੇ ਰਹਾਂਗਾ। ਇਹ ਆਪਦਾ ਸਨੇਹ, ਆਪਦਾ ਪਿਆਰ ਮੌਲੇ ਧਾਰ ਬਰਖਾ ਦੇ ਵਿੱਚ ਭਗਤ ਫਰੀਦ ਜੀ ਕਹਿ ਰਹੇ ਨੇ ਵੀ ਮੈਂ ਜਾਵਾਂਗਾ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਏ। ਸੋ ਆਪਦੇ ਮੁਰਸ਼ਦ ਦੇ ਪਾਸ ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਝੱਖੜ ਬਹੁਤ ਹਨੇਰੀ ਆਵੇ, ਝੱਖੜ ਆਵੇ ਝਾਂਗੀ ਬਹੁਤ ਤੇਜ਼ ਹਵਾ ਵਗੇ, ਮੀਂਹ ਵਰਸੈ ਤਾਂ ਵੀ ਮੈਂ ਗੁਰੂ ਭੀ ਗੁਰ ਦੇਖਣ ਜਾਈ। ਤੇਰੇ ਦੁਆਰ ਚੱਲ ਕੇ ਆਵਾਂਗਾ, ਕਿਉਂਕਿ ਕੰਬਲੀ ਭਿੱਜਦੀ ਤਾਂ ਭਿੱਜੇ, ਤੇਰੇ ਨਾਲੋਂ ਨੇਹ ਨਹੀਂ ਟੁੱਟਣਾ ਚਾਹੀਦਾ, ਉਹ ਸੁੱਕ ਜਾਵੇਗੀ। ਇਹ ਭਗਤ ਫਰੀਦ ਜੀ ਕਹਿ ਰਹੇ ਨੇ। ਸੋ ਜਿਹੜੇ ਭਗਤ ਹੁੰਦੇ ਨੇ ਨਾ, ਉਹਨਾਂ ਦੇ ਸਮਝਾਉਣ ਦਾ ਜਿਹੜਾ ਅੰਦਾਜ਼ ਆ ਵੱਖਰਾ ਹੀ ਹੁੰਦਾ। ਗੁਰੂ ਸਾਹਿਬਾਨ ਕਹਿ ਰਹੇ ਨੇ ਕਿ ਵੰਡ ਕੇ ਛਕੋ, ਤੇ ਵੰਡ ਕੇ ਤਾਂ ਕੁਝ ਵੀ ਛਕਿਆ ਜਾ ਸਕਦਾ। ਇੱਕ ਰਾਜਾ ਸੀ, ਉਹਦਾ ਜਨਮ ਦਿਨ ਸੀ, ਤੇ ਉਹਨੇ ਜਨਮ ਦਿਨ ਦੀ ਖੁਸ਼ੀ ਵਿੱਚ ਕੀ ਕੀਤਾ ਕਿ ਇੱਕ ਢੰਡੋਰਾ ਪਿਟਵਾ ਦਿੱਤਾ ਵੀ ਜਿੰਨੇ ਵੀ ਗਰੀਬ ਇਨਸਾਨ ਨੇ ਨਾ, ਉਹ ਆ ਜਾਓ, ਤੁਹਾਨੂੰ ਮੁਫਤ ਕੰਬਲ ਜਿਹੜੇ ਨੇ ਵੰਡੇ ਜਾਣਗੇ, ਜਾਂ ਕੁਝ ਜਿਹੜੇ ਭਾਂਡੇ ਨੇ ਉਹ ਬਰਤਨ ਤੁਹਾਨੂੰ ਦਿੱਤੇ ਜਾਣਗੇ। ਬਹੁਤ ਸਾਰੇ ਲੋਕ ਚੱਲ ਕੇ ਆਏ, ਖਜ਼ਾਨੇ ਦੇ ਵਿੱਚੋਂ ਪੈਸੇ ਲਿਆ ਕੇ ਤੇ ਦੁਕਾਨ ਤੋਂ ਜਾ ਕੇ ਰਾਜੇ ਦੇ ਅਹਿਲਕਾਰਾਂ ਨੇ ਕੰਬਲ ਖਰੀਦੇ, ਬਰਤਨ ਖਰੀਦੇ ਤੇ ਇੱਕ ਵੱਡੇ ਸਥਾਨ ਤੇ ਜਮ੍ਹਾਂ ਕਰ ਲਏ ਉਹਨਾਂ ਨੇ। ਤੇ ਲੈਣਾ ਲੱਗੀਆਂ ਹੋਈਆਂ ਸੀ ਲੋਕਾਂ ਦੀਆਂ। ਵਿੱਚ ਇੱਕ ਫਕੀਰ ਵੀ ਖੜਾ ਸੀ ਉੱਥੇ, ਬਹੁਤ ਰੱਬ ਦਾ ਪਿਆਰਾ। ਉਹ ਵੰਡ ਰਹੇ ਨੇ ਕੰਬਲ, ਲੋਕ ਲੈ ਰਹੇ ਨੇ, ਜਿਹਨੂੰ ਬਰਤਨ ਦੀ ਲੋੜ ਆ ਉਹਨੂੰ ਬਰਤਨ ਦੇ ਰਹੇ ਨੇ। ਅਜਬ ਦੀ ਗੱਲ ਇਹ ਹੋਈ ਉੱਥੇ, ਗਜਬ ਦੀ, ਕਿ ਫਕੀਰ ਦੀ ਜਦੋਂ ਵਾਰੀ ਆਉਣ ਵਾਲੀ ਹੁੰਦੀ ਸੀ ਨਾ, ਤੇ ਆਪ ਦੀ ਵਾਰੀ ਕਿਸੇ ਹੋਰ ਨੂੰ ਦੇ ਦਿੰਦਾ ਸੀ। ਉਹ ਲਾਈਨ ਦੇ ਵਿੱਚ ਫਿਰ ਪਿੱਛੇ ਹੋ ਜਾਂਦਾ ਸੀ। ਆਮ ਆਪਾਂ ਦੇਖਿਆ ਵੀ ਕਈ ਵਾਰੀ ਆਪਾਂ ਵੀ ਜੇ ਆਪਣੀ ਵਾਰੀ ਪਿੱਛੇ ਹੋ ਜਾਵੇ, ਆਪਾਂ ਤਾਂ ਝਗੜ ਪੈਂਦੇ ਆ, ਲੜ ਪੈਂਦੇ ਆ ਨਾ।
ਤੇ ਉਹ ਆਪ ਦੀ ਵਾਰੀ ਦੇ ਰਿਹਾ ਸੀ ਕਿਸੇ ਨੂੰ। ਖਜ਼ਾਨਾ ਖਾਲੀ ਸਰਕਾਰ ਦਾ ਹੋ ਰਿਹਾ ਸੀ, ਰਾਜੇ ਦਾ। ਗੱਲਾਂ ਉਹ ਫਕੀਰ ਦੀਆਂ ਹੋ ਰਹੀਆਂ ਸੀ ਉੱਥੇ। ਰਾਜੇ ਤੱਕ ਵੀ ਗੱਲ ਪਹੁੰਚੀ। ਰਾਜਾ ਕਹਿੰਦਾ ਬੁਲਾ ਕੇ ਲਿਆਓ ਫਕੀਰ ਨੂੰ। ਸੂਫੀ ਫਕੀਰ ਸੀ, ਬੁਲਾਇਆ। ਪੁੱਛਿਆ, ਕਹਿੰਦੇ ਫਕੀਰ ਜੀ ਕੀ ਕਰ ਰਹੇ ਹੋ ਤੁਸੀਂ? ਇਹ ਕੀ ਕਰ ਰਹੇ ਹੋ? ਜਦੋਂ ਤੁਹਾਡੀ ਵਾਰੀ ਆਉਂਦੀ ਹੈ ਤਾਂ ਤੁਸੀਂ ਪਿੱਛੇ ਹੋ ਜਾਂਦੇ ਹੋ, ਕੀ ਗੱਲ ਆ? ਫਕੀਰ ਕਹਿੰਦਾ ਵੀ ਰਾਜਨ, ਜੋ ਤੁਸੀਂ ਕਰ ਰਹੇ ਹੋ ਉਹੀ ਮੈਂ ਕਰ ਰਿਹਾ। ਰਾਜਾ ਕਹਿੰਦਾ ਸਮਝ ਨਹੀਂ ਲੱਗੀ। ਮੈਂ ਤਾਂ ਕੰਬਲ ਵੰਡ ਰਿਹਾ, ਬਰਤਨ ਵੰਡ ਰਿਹਾ। ਫਕੀਰ ਕਹਿੰਦਾ ਰਾਜਨ, ਤੁਹਾਡੇ ਕੋਲ ਕੰਬਲ ਆ ਵੰਡਣ ਲਈ, ਤੁਹਾਡੇ ਕੋਲ ਬਰਤਨ ਆ, ਪੈਸਾ, ਤੁਸੀਂ ਉਹ ਵੰਡ ਰਹੇ ਹੋ। ਮੇਰੇ ਕੋਲ ਕੁਝ ਹੋਰ ਨਹੀਂ, ਮੇਰੇ ਕੋਲ ਵਾਰੀ ਆ ਆਪਦੀ। ਮੈਂ ਲੋੜਵੰਦ ਵੇਖ ਕੇ ਵੀ ਮੇਰੇ ਨਾਲੋਂ ਜਿਹੜਾ ਪਿੱਛੇ ਖੜਾ ਬੰਦਾ, ਇਹਨੂੰ ਲੋੜ ਜ਼ਿਆਦਾ ਕੰਬਲ ਦੀ, ਮੈਂ ਆਪਦੀ ਵਾਰੀ ਉਹਨੂੰ ਦੇ ਦਿੰਦਾ। ਫਿਰ ਕੋਈ ਆ ਜਾਂਦਾ, ਮੈਨੂੰ ਇਉਂ ਲੱਗਣ ਲੱਗ ਜਾਂਦਾ ਵੀ ਮੇਰੇ ਨਾਲੋਂ ਹਜੇ ਇਹਨੂੰ ਬਰਤਨਾਂ ਦੀ ਲੋੜ ਵੱਧ ਆ, ਇਹਨੂੰ ਅੱਗੇ ਜਾਣ ਦੇਈਏ। ਤੁਹਾਡੇ ਕੋਲ ਕੰਬਲ ਨੇ, ਬਰਤਨ ਨੇ, ਤੁਸੀਂ ਉਹ ਵੰਡ ਰਹੇ ਹੋ। ਮੇਰੇ ਕੋਲ ਵਾਰੀ ਆ, ਮੈਂ ਉਹ ਵੰਡ ਰਿਹਾ। ਪਾਤਸ਼ਾਹ ਜੀ ਕਹਿੰਦੇ ਜ਼ਰੂਰੀ ਨਹੀਂ ਵੀ ਆਪਾਂ ਪੈਸੇ ਨੂੰ ਹੀ ਵੰਡਣਾ ਹੁੰਦਾ, ਆਪਾਂ ਆਪਦੀਆਂ ਖੁਸ਼ੀਆਂ ਵੀ ਵੰਡ ਸਕਦੇ ਹਾਂ। ਕਿਸੇ ਨੂੰ ਹੱਸ ਕੇ ਬੁਲਾ ਲਿਆ, ਮੁਸਕਰਾ ਕੇ, ਇਹ ਖੁਸ਼ੀ ਵੰਡਣੀ ਹੁੰਦਾ। ਬਹੁਤ ਕੁਝ ਵੰਡਿਆ ਜਾ ਸਕਦਾ ਜੇ ਬੰਦਾ ਚਾਹਵੇ। ਅੱਖਾਂ ਦੇ ਹੱਥ ਨਹੀਂ ਹੁੰਦੇ। ਅੱਖਾਂ ਬਹੁਤ ਕੁਝ ਵੰਡ ਦਿੰਦੀਆਂ, ਬਹੁਤ ਕੁਝ। ਅੱਖਾਂ ਖੋਹ ਵੀ ਬਹੁਤ ਕੁਝ ਲੈਂਦੀਆਂ। ਅੱਖਾਂ ਦੇ ਭਾਵੇਂ ਹੱਥ ਨਹੀਂ ਹੁੰਦੇ, ਇਹ ਵੰਡ ਵੀ ਬਹੁਤ ਕੁਝ ਦਿੰਦੀਆਂ। ਸਾਧੂ ਦੀ ਜਿਹੜੀ ਅੱਖ ਹੁੰਦੀ ਆ, ਉਹ ਦੇਖਦਿਆਂ ਸਾਰ ਬਹੁਤ ਕੁਝ ਵੰਡ ਦਿੰਦੀ ਆ। ਗੁਰੂਆਂ ਦੇ ਜਿਹੜੇ ਨੇਤਰ ਹੁੰਦੇ ਨੇ। ਇੱਕ ਆਮ ਬੰਦਾ ਹੋਵੇ, ਬਦਬਖਤ ਬੜਾ, ਉਹ ਦੇਖੇਗਾ ਤੇ ਤੁਹਾਡਾ ਸਭ ਕੁਝ ਖੋਲੇਗਾ, ਤੁਹਾਡੀ ਅਸਮਤ ਖੋਲੇਗਾ, ਬੁਰੀ ਨਿਗਾਹ ਦੇ ਨਾਲ ਤੱਕੇਗਾ। ਸੋ ਵੰਡਣ ਨੂੰ ਵੀ ਬੜਾ ਕੁਝ ਆ, ਪੈਸੇ ਤੋਂ ਇਲਾਵਾ ਖੋਣ ਨੂੰ ਵੀ ਬੜਾ ਕੁਝ ਆ। ਇਹ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ। ਸੋ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਤਿੰਨੋਂ ਸਿਧਾਂਤ ਹਨ ਸਿੱਖੀ ਦੇ, ਜਿਨ੍ਹਾਂ ਤੇ ਸਿੱਖੀ ਖੜੀ ਆ। ਜਿਸ ਦਿਨ ਸਿੱਖਾ ਇਹ ਤੇਰੇ ਪਾਸ ਨਾ ਰਹੇ, ਸਮਝ ਲਈ ਉਦਣ ਤੇਰੇ ਕੋਲ ਸਿੱਖੀ ਨਹੀਂ ਹੈਗੀ। ਜੇ ਕਿਰਤ ਨਹੀਂ, ਨਾਮ ਨਹੀਂ, ਵੰਡ ਕੇ ਛਕਣਾ ਨਹੀਂ, ਤਾਂ ਉਸ ਦਿਨ ਜਾਣ ਲਵੀਂ ਤੂੰ ਬਿਲਕੁਲ ਸਿੱਖੀ ਤੋਂ ਕੋਹਾਂ ਦੂਰ ਆ, ਕਈ ਕੋਹ ਦੂਰ ਹੋ ਚੁੱਕਾ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਉੱਠਦੇ ਸਮੇਂ ਵੀ, ਖਾਂਦੇ ਸਮੇਂ ਵੀ, ਬੈਠਦੇ ਸਮੇਂ ਵੀ ਹਰੀ ਦੇ ਨਾਮ ਨੂੰ ਧਿਆਉਣਾ ਕਰੀਏ ਤੇ ਚੰਗੇ ਕਰਮ ਕਰੀਏ, ਜਿਹਦੇ ਨਾਲ ਕਿਸੇ ਦਾ ਦਿਲ ਨਾ ਦੁਖੇ, ਜਿਸ ਦੇ ਨਾਲ ਕਿਸੇ ਦੇ ਸੱਟ ਨਾ ਲੱਗੇ, ਮਾਣ ਮਰਿਆਦਾ ਨੂੰ ਠੇਸ ਨਾ ਪਹੁੰਚੇ। ਇਹ ਗੁਰੂ ਅਰਜਨ ਦੇਵ ਜੀ ਨੇ ਆਖਿਆ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਜੋ ਗੁਰੂ ਮਾਰਗ ਦੱਸਦਾ ਨਾ, ਉਹਦੇ ਤੇ ਚੱਲਣਾ ਚਾਹੀਦਾ। ਆਮ ਕੀ ਹੁੰਦਾ ਕਿ ਦੇਖੋ, ਜਿਵੇਂ ਆਪਾਂ ਕਿਸੇ ਨੂੰ ਚੰਦਰਮਾ ਦਿਖਾਉਣ ਲੱਗ ਜਾਂਦੇ ਆ, ਆਕਾਸ਼ ਵਿੱਚ ਚੜ੍ਹਿਆ ਹੋਇਆ, ਤੇ ਉਹ ਆਪਣੀ ਉਂਗਲੀ ਦੇਖਣ ਲੱਗ ਜਾਵੇ, ਜਾਂ ਕੋਈ ਆਪਾਂ ਨੂੰ ਸੂਰਜ ਦਿਖਾਵੇ ਉਂਗਲੀ ਕਰਕੇ ਵੀ ਉਹ ਦੇਖੋ ਸੂਰਜ, ਆਪਾਂ ਸੂਰਜ ਨਾ ਦੇਖੀਏ, ਉਹਦੀ ਉਂਗਲੀ ਵੇਖੀ ਚੱਲੀਏ। ਜੇ ਆਪਾਂ ਨਿਸ਼ਾਨਾ ਉਂਗਲ ਤੇ ਰੱਖਾਂਗੇ, ਸੂਰਜ ਕਦੇ ਨਹੀਂ ਵੇਖ ਸਕਾਂਗੇ। ਜੇ ਧਿਆਨ ਉਂਗਲ ਤੇ ਰਹੇਗਾ ਤੇ ਚੰਦਰਮਾ ਦਾ ਪ੍ਰਕਾਸ਼ ਨਹੀਂ ਦੇਖ ਪਾਵਾਂਗੇ। ਕਈ ਵਾਰੀ ਗੁਰੂ ਜੋ ਦਿਖਾਉਣਾ ਚਾਹੁੰਦਾ ਮਾਰਗ, ਉਹ ਤੇ ਸਾਥੋਂ ਚੱਲਿਆ ਨਹੀਂ ਜਾਂਦਾ। ਜਿਵੇਂ ਇੱਕ ਸੱਜਣ ਸਨ ਤੇ ਉਹ ਰਸਤੇ ਦੇ ਵਿੱਚ ਜਾ ਰਹੇ ਸਨ, ਬਜ਼ੁਰਗ। ਉਹਨਾਂ ਨੇ ਇੱਕ ਬੱਚੇ ਨੂੰ ਦੇਖਿਆ,
ਉਹ ਜਿਹੜੇ ਕਿਲੋਮੀਟਰ ਲਿਖੇ ਹੁੰਦੇ ਨੇ ਜਿਨ੍ਹਾਂ ਪੱਥਰਾਂ ਤੇ, ਮੀਲ ਪੱਥਰ ਉਹਨਾਂ ਨੂੰ ਕਹਿੰਦੇ ਨੇ, ਉਹਦੇ ਨਾਲ ਉਹਨੇ ਘੁੱਟ ਕੇ ਜੱਫੀ ਪਾਈ ਹੋਈ ਸੀ। ਬਜ਼ੁਰਗ ਪੁੱਛਣ ਲੱਗੇ ਵੀ ਕੀ ਕਰ ਰਿਹਾ ਤੂੰ? ਕਹਿੰਦਾ ਜੀ ਆ ਜਿੱਥੇ ਮੈਂ ਜਾਣਾ ਨਾ, ਉਹ ਜਗ੍ਹਾ ਦਾ ਨਾਮ ਪੱਥਰ ਤੇ ਲਿਖਿਆ ਹੋਇਆ ਤੇ ਨਾਲ ਕਿਲੋਮੀਟਰ ਪਾਏ ਹੋਏ ਨੇ ਵੀ 2 ਕਿਲੋਮੀਟਰ। ਤਾਂ ਬਜ਼ੁਰਗ ਕਹਿੰਦੇ ਤਾਂ ਇੱਕ ਇਸ਼ਾਰਾ ਹੈ ਵੀ ਫਲਾਣਾ ਪਿੰਡ ਇੱਥੋਂ ਇੰਨੇ ਕਿਲੋਮੀਟਰ ਆ, ਇੰਨੇ ਕਿਲੋਮੀਟਰ ਤੈਨੂੰ ਤੁਰਨਾ ਪਵੇਗਾ, ਫਿਰ ਤੂੰ ਜਾ ਕੇ ਆ ਜਿਹੜਾ ਪਿੰਡ ਦਾ ਨਾਂ ਲਿਖਿਆ ਪੱਥਰ ਤੇ ਤੂੰ ਪਹੁੰਚੇਗਾ। ਉਹ ਕਹਿੰਦਾ ਅੱਛਾ ਜੀ ਇਹ ਗੱਲ ਆ, ਮੈਂ ਇਹ ਸਮਝੀ ਫਿਰਦਾ ਵੀ ਇੱਥੇ ਲਿਖਿਆ ਤੇ ਮੈਂ ਪਹੁੰਚ ਗਿਆ ਬਸ, ਵੀ ਇਹਨੂੰ ਫੜ ਕੇ ਰੱਖਾਂਗੇ ਤੇ ਪਹੁੰਚ ਜਾਵਾਂਗਾ। ਨਹੀਂ, ਉਹ ਕਹਿੰਦੇ ਇੱਦਾਂ ਬਿਲਕੁਲ ਨਹੀਂ, ਗੁਰੂ ਵਾਲਾ ਮਾਰਗ ਵੀ ਬਿਲਕੁਲ ਇੱਦਾਂ ਹੀ ਆ। ਜੋ ਗੁਰੂ ਕਹਿੰਦਾ ਉਹਨੇ ਕਿਲੋਮੀਟਰ ਚੱਲ ਕੇ ਜਾਣਾ ਪੈਂਦਾ, ਫਿਰ ਉਹ ਜਗ੍ਹਾ ਆਉਂਦੀ ਆ ਜੋ ਗੁਰੂ ਨੇ ਕਹੀ ਹੁੰਦੀ ਹੈ। ਜਾਂ ਜੋ ਗੁਰੂ ਸਿਰਫ ਕਹਿ ਕੇ ਜਾਂਦੇ ਨੇ, ਸਿਰਫ ਉਹਨੂੰ ਸੁਣਨ ਦੇ ਨਾਲ ਇਉਂ ਆ ਜਿਵੇਂ ਸਿਰਫ ਆਪਾਂ ਮੀਲ ਪੱਥਰ ਨੂੰ ਘੁੱਟ ਕੇ ਜੱਫੀ ਪਾ ਲਈਏ ਤੇ ਤੁਰੀਏ ਨਾ ਹੀ, ਤੁਰੀਏ ਕਦੇ ਵੀ ਨਾ। ਕਹੀਏ ਵੀ ਇਹ ਉਹਦੀ ਖਬਰ ਦਿੰਦਾ ਇਹ ਮੀਲ ਪੱਥਰ ਫਲਾਣੇ ਪਿੰਡ ਦੀ, ਪਰ ਸਿਆਣਾ ਬੰਦਾ ਤਾਂ ਇਹ ਕਹੇਗਾ ਨਾ ਵੀ ਤੈਨੂੰ ਜਾਣਾ ਪੈਣਾ ਛੱਡ ਕੇ ਇਹਨੂੰ, ਫਿਰ ਉਹ ਪਿੰਡ ਆਊਗਾ। ਇੰਨੇ ਕਿਲੋਮੀਟਰ ਤੁਰਨਾ ਪੈਣਾ ਜਾਂ ਕਿਸੇ ਵਾਹਨ ਤੇ ਕਿਸੇ ਸਾਧਨ ਤੇ ਤੈਨੂੰ ਜਾਣਾ ਪਵੇਗਾ, ਫਿਰ ਤੂੰ ਜਾ ਕੇ ਉੱਥੇ ਪਹੁੰਚੇਗਾ। ਇਹੀ ਸਤਿਗੁਰੂ ਜੀ ਕਹਿ ਰਹੇ ਨੇ, ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਜਿਹੜਾ ਗੁਰੂ ਦਾ ਮਾਰਗ ਹੁੰਦਾ ਤੇ ਧਰਮ ਦੀ ਜਿਹੜੀ ਪੌੜੀ ਹੁੰਦੀ ਆ, ਗੁਰੂ ਦੁਆਰਾ ਇਹਦੇ ਅਰਥ ਕੀ ਨੇ? ਗੁਰੂ ਦੁਆਰੇ ਆਪਾਂ ਸਾਰੇ ਚੱਲ ਕੇ ਆਉਂਦੇ ਹਾਂ, ਆਪਾਂ ਕਹਿੰਦੇ ਆਪਾਂ ਗੁਰੂ ਦੁਆਰੇ ਨਤਮਸਤਕ ਹੋਣਾ ਜਾ ਕੇ। ਅਰਥ ਕੀ ਨੇ? ਗੁਰੂ ਗਿਆਨ ਦਾ ਮਾਰਗ ਆ, ਗਿਆਨ ਬਾਰੇ ਚਾਨਣਾ ਕਰਾਉਂਦਾ। ਦੁਆਰ ਦੇ ਅਰਥ ਕੀ ਹੁੰਦੇ ਨੇ? ਦਰਵਾਜ਼ਾ। ਉਹ ਦਰਵਾਜ਼ਾ ਗੁਰੂ ਦਾ ਜਿੱਥੋਂ ਲੰਘ ਕੇ ਅੱਗੇ ਪਰਮਾਤਮਾ ਨੂੰ ਮਿਲ ਲਈਦਾ। ਜਿਵੇਂ ਕਿਸੇ ਵੀ ਚੀਜ਼ ਵਿੱਚ ਆਪਾਂ ਪ੍ਰਵੇਸ਼ ਕਰਨਾ ਤੇ ਦਰਵਾਜ਼ਾ ਬਣਾਉਂਦੇ ਆ, ਜਿਹਦਾ ਕੋਈ ਦਰਵਾਜ਼ਾ ਨਹੀਂ, ਕੋਈ ਦਰਵਾਜ਼ਾ ਨਹੀਂ, ਆਪਾਂ ਕਹਿੰਦੇ ਕਬਰ ਆ, ਉਹ ਕਬਰ ਬਣ ਜੇਗੀ ਉਹ, ਜਿਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਗੁਰੂ ਇੱਕ ਉਹ ਦੁਆਰ ਆ, ਦੁਆਰ ਦੇ ਅਰਥ ਨੇ ਦਰਵਾਜ਼ਾ। ਗੁਰੂ ਉਹ ਦਰਵਾਜ਼ਾ ਜਿਹਦੇ ਵਿੱਚੋਂ ਲੰਘ ਕੇ ਅੱਗੇ ਜ਼ਿੰਦਗੀ ਜਿਹੜੀ ਆ ਸੋਹਣੀ ਬਣ ਜਾਂਦੀ ਹੈ। ਗੁਰੂ ਆਵਾਜ਼ਾਂ ਮਾਰ ਰਿਹਾ ਨਾ ਵੀ ਆ ਜਾਓ, ਆ ਜਾਓ। ਗੁਰੂ ਸਾਹਿਬਾਨ ਕਦੇ ਕਿਸੇ ਢੰਗ ਰਾਹੀਂ ਸੱਦਦੇ ਨੇ ਸਿੱਖ ਨੂੰ, ਕਦੇ ਕਿਸੇ ਢੰਗ ਰਾਹੀਂ ਸੱਦਦੇ ਨੇ। ਇੱਕ ਨੌਜਵਾਨ ਸੀ ਤੇ ਉਹ ਨਾ ਚਲਿਆ ਗਿਆ ਉੱਥੇ ਵਿਦੇਸ਼ ਵਿੱਚ, ਜਿਵੇਂ ਕਮਾਈ ਕਰਨ ਚਲੇ ਜਾਂਦੇ ਨੇ ਬੱਚੇ, ਨੌਜਵਾਨ ਜਾਂਦੇ ਨੇ ਨਾ, ਚਲਿਆ ਗਿਆ। ਕੋਈ ਗਲਤੀ ਹੋ ਗਈ ਉਦੋਂ, ਉੱਥੇ ਗੁਨਾਹ ਹੋ ਗਿਆ, ਕਰਨਾ ਨਹੀਂ ਸੀ ਚਾਹੁੰਦਾ, ਹੋ ਗਿਆ। ਉਹਨਾਂ ਨੇ ਚੱਕ ਕੇ ਤੇ ਉਹਨੂੰ, ਪੁਲਿਸ ਵਾਲਿਆਂ ਨੇ ਫੜ ਕੇ ਤੇ ਉਹ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹਨੂੰ 2 ਸਾਲ ਦੀ ਸਜ਼ਾ ਹੋ ਗਈ। ਤਾਂ ਜੇਲ੍ਹ ਦੇ ਵਿੱਚ ਹੋਣ ਕਰਕੇ ਘਰ ਦੇ ਵਿੱਚ ਉਹ ਚਿੱਠੀ ਨਹੀਂ ਭੇਜ ਸਕਿਆ, ਕਿਉਂਕਿ ਪੁਰਾਣੇ ਜ਼ਮਾਨੇ ਦੀ ਗੱਲ ਆ, ਲਿਖ ਨਹੀਂ ਸਕਿਆ। ਤੇ ਉੱਥੇ ਬੈਠਾ ਰੋਈ ਗਿਆ, ਸੋਚੀ ਗਿਆ ਵੀ ਘਰ ਦੇ ਕੀ ਸੋਚਦੇ ਹੋਣਗੇ। ਕਮਾਈ ਕਰਨ ਭੇਜਿਆ ਸੀ ਪਰ ਪਹੁੰਚ ਨਹੀਂ ਸਕਿਆ, ਨਾ ਕੋਈ ਖਬਰ। 2 ਸਾਲਾਂ ਬਾਅਦ ਉਹਦੀ ਰਿਹਾਈ ਹੋ ਗਈ। ਉਹਨੇ ਫਟਾਫਟ ਚਿੱਠੀ ਲਿਖੀ ਇੱਕ ਘਰੇ, ਉਹ 'ਚ ਲਿਖਿਆ ਵੀ ਦੇਖੋ ਮੈਂ ਇੱਥੇ ਕਮਾਈ ਕਰਨ ਆਇਆ ਸੀ, ਮੈਥੋਂ ਗਲਤੀ ਹੋ ਗਈ, ਇੱਕ ਭੁੱਲ ਹੋ ਗਈ, ਮੈਂ ਕਰਨੀ ਨਹੀਂ ਸੀ ਚਾਹੁੰਦਾ, ਜਿਹਦੇ ਕਰਕੇ 2 ਸਾਲ ਮੇਰੇ ਜੇਲ੍ਹ ਵਿੱਚ ਹੀ ਲੰਘ ਗਏ। ਮੈਂ ਤੁਹਾਨੂੰ ਚਿੱਠੀ ਲਿਖ ਰਿਹਾ, ਜੇ ਹੁਣ ਤੁਸੀਂ ਮੇਰਾ ਆਉਣਾ ਘਰੇ ਮਨਜ਼ੂਰ ਕਰਦੇ ਹੋ, ਵੀ ਮੈਨੂੰ ਤਿਆਰ ਹੋ, ਰਾਜੀ ਹੋ ਘਰ ਵਿੱਚ ਦਾਖਲ ਕਰਨ ਵਾਸਤੇ, ਤਾਂ ਮੈਂ ਰੇਲਵੇ ਸਟੇਸ਼ਨ ਤੇ ਆਵਾਂਗਾ। ਜਿਹੜਾ ਆਪਣੇ ਰੇਲਵੇ ਸਟੇਸ਼ਨ ਤੇ ਇੱਕ ਦਰਖਤ ਲੱਗਾ ਹੈ ਬੋਰਡ ਦਾ, ਉਹਦੀ ਟਾਹਣੀ ਦੇ ਨਾਲ ਚਿੱਟਾ ਕੱਪੜਾ ਤੁਸੀਂ ਬੰਨ੍ਹ ਦਿਓ, ਮੈਨੂੰ ਪਤਾ ਲੱਗ ਜੂਗਾ, ਮੈਂ ਗੱਡੀ ਵਿੱਚੋਂ ਵੇਖ ਲੂੰਗਾ ਬਾਰੀ ਵਿੱਚ ਦੀ ਵੀ ਤੁਸੀਂ ਮੈਨੂੰ ਆਉਣ ਲਈ ਰਾਜੀ ਹੋ, ਉਹ ਨਿਸ਼ਾਨੀ ਹੋ ਜੂਗੀ। ਉਹ ਚਿੱਠੀ ਪਹੁੰਚ ਗਈ ਘਰਦਿਆਂ ਤੱਕ, ਉਹਨਾਂ ਨੇ ਪੜ੍ਹੀ
इधरों चल पिया ट्रेन दे विच जदों आ रहा ना ते आपदा जिहड़ा मुख आ वो बारी विच दी बार-बार वेख रहा। सारे कह रहे ने भी तैनूं की हो गया, भी स्टेशन ने आ ही जाना। जिहड़े आम यात्री सन विच बैठे कहते कोई गल नहीं, स्टेशन ने आ ही जाना, भी इन्नी तैनूं अच भी जिहड़ी आ किस गल दी लगी। कहता तुहानूं नहीं पता, मैं वो दरख्त ते निगाह मारनी भी उत्थे कुछ है कि नहीं, जे कुछ नहीं तो मैं सीधा ही लंघ जाना, घरे नहीं जाना। फिर आग्या नहीं ना मिली। जदों नेड़े पहुंचे ने स्टेशन दे, जदों दरख्त आया ना, ਉਹਦੀ एक डाणी दे नाल चिट्टा कपड़ा नहीं, सारियां डाणियां दे नाल चिट्टे कपड़े बन्ने हुए ने। क्यों? भी किते ना होवे ਉਹਨੂੰ काल विच दिख ही ना। सारियां डाणियां दे नाल चिट्टे कपड़े भी आ जा तू, तैनूं आग्या वा, कोई गल नहीं। भुल्लण अंदर सब को भुल गुरु करतार। भी तैनूं वाजां मार रहे हैं तां बन्ने भी किते रह ना जावे, किते दिल ही ना टुट जे, किते दिखे ही ना। कई बारी बंदे नूं सामने कोई चीज़ नहीं दिखती, तो सारियां टाहणियां दे नाल सारा दरख्ती सफेद सफेद कीता उन्हां ने। इदां ही गुरु साहिबान ने अपने, जे कोई गलती भी हो गई ना बंदे तो, गुरु साहिबान भी आवाज़ां मारदे ने। जिवें ओह नौजवान दे घरदिਆਂ ने आख्या तू आ सही, कोई गल नहीं, जिंदगी आ, बड़ा कुछ हो जाता, सब ठीक हो जाएगा। गुरु साहिबान भी कहते ने आगे समझ चलो नंद लाला, पाछै जो बीती सो बीती। पिछली उम्र गुनाही बीती, हर की भगत न कीती। आगे समझ चलो नंद लाला, पाछै जो बीती सो बीती। गुरु साहिबान भी कदे परमात्मा भी आवाज़ां मार रहा, कदे मसीत विचों कुरान बन के, किते मंदिर विचों भागवत गीता दे बोल, किते आवाज़ां मार रहा, किते ब्रह्मंड दे बादशाह गुरु ग्रंथ साहिब जी महाराज राही, किते भाई गुरदास जी दीयां वारां राही, किते भाई नंद लाल जी दीयां रचनावां राही आवाज़ां मार रहा भी आओ सही तुसीं, आओ जी तू हर जस सरवण सुनावना, आओ सही। इन्ना प्यार करता है गुरु। एक अवतार, फिर दूजा अवतार, फिर तीजा अवतार, 10 पातशाहियां दी जोत गुरु ग्रंथ साहिब जी। इन्ना प्यार है। संत का मार्ग धर्म की पौड़ी, को वड भागी पाए। जिहड़ा गुरु दा मार्ग आ, ਉਹਦੇ ਵਿੱਚ ਪਹਿਲਾਂ ਸਭ ਤੋਂ ਪਹਿਲੇ ਪਿਆਰੇ ਦਾ ਨਾਮ ਭਾਈ ਦਇਆ ਸਿੰਘ ਜੀ, ਦੂਜੇ ਪਿਆਰੇ ਦਾ ਨਾਮ ਭਾਈ ਧਰਮ ਸਿੰਘ ਜੀ, ਫਿਰ ਭਾਈ ਹਿੰਮਤ ਸਿੰਘ ਜੀ, ਫਿਰ ਭਾਈ ਮੋਹਕਮ ਸਿੰਘ ਜੀ, ਫਿਰ ਭਾਈ ਸਾਹਿਬ ਸਿੰਘ ਜੀ। ਦਇਆ ਸਿੰਘ ਪਹਿਲਾਂ ਕਾਹਤੋਂ ਰੱਖਿਆ? दया सिंह पहला रखण दे अर्थ नाम यही सी, जिथे दया होगी ना उथे धर्म होगा, जिथे जियां ते तरस होगा, जिथे जियां ते तरस होगा उथे धर्म होगा। गुरु नानक साहिब जी दे कोल पिता जी उन्हां दे चले गए, जदों मोदी खाने च नौकरी करते सी, जाके कहा पुत्तर मैं सुनिया जिहड़ा मोदी खाने च नौकरी करदा उहदी कोठी पै जांदी है दिनां च, की जोड़िया तू, किन्ने क पैसे जोड़ ले ने? पिता जी बहुत पैसे जोड़ ले। ठीक आ, कित्थे सांभे ने? बस सांभे होए ने, किते उवें तां नहीं सांभते जिवें चूड़ काणे विच सांभे सी। जदों भाई बाले दे नाल तैनूं भेजिया सी सौदा खरीदण वास्ते, किते उवें तां नहीं, पक्के तां नहीं सामते। मैं सुनिया जिहड़ा मोदी खाने नौकरी करदा उहदी कोठी दिनां जी खड़ी हो जाती है। कित्थे सांभे ने? पिता जी सही गल दसां, मेरे कोल कोई पैसा नहीं, कोई पैसा नहीं जुड़िया। कहंदे पहलां ही पता सी, पहलां ही पता तू पैसा जोड़ ही नहीं सकदा। कहंदे पिता जी की आख्या सी, जे जेब च बंदे दे पैसे होण, सामने कोई गरीब दिखे तो उहदे पैरां च जोड़ा ना होवे,
ਸਾਹਮਣੇ ਕੋਈ ਗਰੀਬ ਦਿਖੇ, ਉਹ ਭੁੱਖੋਂ ਢਿੱਡਾ ਹੋਵੇ, ਢਿੱਡ ਤੋਂ ਭੁੱਖਾ ਹੋਵੇ, ਉਹਨੂੰ ਭੋਜਨ ਦੀ ਭੁੱਖ ਲੱਗੀ ਹੋਵੇ, ਤੇ ਫਿਰ ਜੇਬ ਵਿੱਚ ਪੈਸੇ ਕਿੱਥੇ ਟਿਕਦੇ ਨੇ ਪਿਤਾ ਜੀ? ਨਾ ਤਲੀ ਤੇ ਟਿਕਦੇ ਨੇ, ਨਾ ਜੇਬ 'ਚ ਦਮੜੇ ਟਿਕਦੇ ਨੇ। ਉਹਨੂੰ ਖਵਾਉਣੀ ਪੈਂਦੀ ਹੈ, ਮੇਰੀ ਮਜਬੂਰੀ ਆ ਪਿਤਾ ਜੀ। ਪੈਸਾ ਸਿਰਫ ਤੇ ਸਿਰਫ ਕੰਜੂਸ ਬੰਦੇ ਕੋਲ ਟਿਕ ਸਕਦਾ। ਮੇਰੇ ਹਿਰਦੇ ਵਿੱਚ ਜਿੰਨਾ ਸਮਾਂ ਦਇਆ ਹੈ ਨਾ, ਉਤਨਾ ਸਮਾਂ ਮੇਰੇ ਪਾਸ ਪੈਸਾ ਨਹੀਂ ਟਿਕ ਸਕਦਾ। ਭੁੱਖੇ ਸਾਧੂਆਂ ਨੂੰ ਚੂੜ ਕਾਣੇ ਵਿੱਚ ਉਹਨਾਂ ਭੋਜਨ ਛਕਾਇਆ। ਹੁਣ ਮੋਦੀ ਖਾਨੇ ਵਿੱਚੋਂ ਜੋ ਮਿਲਦੇ ਨੇ ਉਹ ਗਰੀਬਾਂ ਦੇ ਸਹਾਰੇ ਬਣਦੇ। ਗੁਰੂ ਨਾਨਕ ਜੀ ਕਿਤੇ ਭਾਈ ਮਰਦਾਨਾ ਜੀ ਦੀ ਸਹਾਇਤਾ ਕਰਦੇ ਨੇ, ਕਿਤੇ ਪਿਆਰੇ ਆਪਦੇ ਮਰੀਦਾਂ ਦੀ ਸਹਾਇਤਾ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਤਾ ਜੀ ਮੈਥੋਂ ਇਹ ਸਾਂਭੇ ਨਹੀਂ ਜਾ ਰਹੇ, ਕਿਉਂਕਿ ਮੇਰੇ ਵਿੱਚ ਦਇਆ ਵਾ, ਤਰਸ ਆ, ਮੇਰੀ ਤਲੀ ਤੇ ਪੈਸਾ ਨਹੀਂ ਟਿਕ ਸਕਦਾ। ਇਹ ਆਖਿਆ ਸੀ। ਪਹਿਲੇ ਪਿਆਰੇ ਦਾ ਨਾਮ ਭਾਈ ਦਇਆ ਸਿੰਘ ਜੀ, ਦੂਸਰੇ ਪਿਆਰੇ ਦਾ ਨਾਮ ਧਰਮ ਸਿੰਘ ਜੀ। ਜਪਜੀ ਸਾਹਿਬ ਦੇ ਵਿੱਚ ਉਹਨਾਂ ਤੁਹਾਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਮਿਲ ਜਾਣਗੇ। ਜੇ ਤੁਸੀਂ ਇਕੱਲਾ ਪੜ੍ਹੋਗੇ ਫਿਰ ਨਹੀਂ, ਜੇ ਤੁਸੀਂ ਉਹਨੂੰ ਸਮਝੋਗੇ, ਉਹਦਾ ਐਨਾਲਾਈਜ਼ ਕਰੋਗੇ, ਉਹਦਾ ਵਿਸ਼ਲੇਸ਼ਣ ਕਰੋਗੇ, ਗੁਰੂ ਨਾਲ ਪਿਆਰ ਕਰੋਗੇ, ਤੇ ਤੁਹਾਨੂੰ ਸਾਰੇ ਅਰਥ ਮਿਲ ਜਾਣਗੇ। ਤੁਹਾਡੀ ਜ਼ਿੰਦਗੀ ਦੇ ਜਵਾਬ ਵੀ ਮਿਲ ਜਾਣਗੇ ਵੀ ਅਸੀਂ ਆਹ ਕਿਉਂ ਕਰਦੇ ਹਾਂ, ਕਈ ਚੀਜ਼ਾਂ ਕਿਉਂ ਸਾਥੋਂ ਹੋ ਜਾਂਦੀਆਂ ਨੇ। ਹਰ ਗੱਲ ਦਾ ਜਵਾਬ ਤੁਹਾਨੂੰ ਗੁਰੂ ਨਾਨਕ ਕੀ ਬਾਣੀ ਵਿੱਚ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਆ ਨਾ, ਉਹ ਦਇਆ ਦਾ ਪੁੱਤਰ ਆ। ਜਿਹੜੇ ਧਰਮ ਦੇ ਵਿੱਚ ਦਇਆ ਨਹੀਂ, ਉਹਨੂੰ ਧਰਮ ਕਹਿਣ ਦੀ ਲੋੜ ਨਹੀਂ। ਜਿਹੜੇ ਹਿਰਦੇ ਦੇ ਵਿੱਚ ਦਇਆ ਨਹੀਂ, ਉਹਨੂੰ ਵੀ ਤੁਹਾਨੂੰ ਧਰਮ ਕਹਿਣ ਦੀ ਲੋੜ ਨਹੀਂ। ਇੱਕ ਕਿਸਾਨ ਸੀ, ਤੁਹਾਨੂੰ ਸਮਝ ਲੱਗੇਗੀ ਵੀ ਕਹਿਣ ਮਾਤਰ ਨਹੀਂ ਹੁੰਦਾ। ਤੁਸੀਂ ਕਿਸੇ ਨੂੰ ਕੁਝ ਦਵੋਗੇ ਨਾ ਤੇ ਤੁਹਾਨੂੰ ਦੁੱਗਣਾ ਹੋ ਕੇ ਮਿਲੂਗਾ। ਇਹ ਗੁਰਬਾਣੀ ਦਾ ਸਿਧਾਂਤ ਆ। ਦੇਖੋ ਬੀਜ ਆਪਾਂ ਝੋਲੇ ਵਿੱਚ ਪਾ ਕੇ ਲੈ ਕੇ ਜਾਂਦੇ ਆ ਨਾ ਖੇਤ, ਬੀਜ ਤੇ ਟਰਾਲੀ ਭਰ ਕੇ ਲੈ ਕੇ ਆਉਂਦੇ ਆ। ਗੁਰਬਾਣੀ ਇਹ ਕਹਿ ਰਹੀ ਆ ਵੀ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਅਣ ਦਿੱਤਾ ਕਿਛ ਹੱਥ ਨਾ ਆਵੇ। ਧਰਤੀ ਨੂੰ ਬੀਜ ਦਵੋਗੇ, ਝੋਲਾ ਭਰ ਕੇ ਲੈ ਕੇ ਗਏ ਤੇ ਟਰਾਲੀ ਭਰ ਕੇ ਲੈ ਕੇ ਆਉਂਗੇ। ਸਰੀਰ ਵੀ ਧਰਤੀ ਆ, ਇਸ ਵਿੱਚ ਜੇਹਾ ਬੀਜੈ ਤੇਹਾ ਫਲ ਪਾਏ। ਇਹ ਵੀ ਧਰਤੀ ਆ। ਕਿਸਾਨ ਸੀ ਕੋਈ, ਤੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ। ਉੱਥੇ ਕੋਲ ਹੀ ਥੋੜੀ ਦੂਰ ਨਾ ਇੱਕ ਦਲਦਲ ਸੀ। ਦਲਦਲ ਇਉਂ ਹੁੰਦੀ ਆ, ਜੇ ਕੇਰਾ ਬੰਦਾ ਵਿੱਚ ਉਹਦੇ ਚਲਿਆ ਗਿਆ ਨਾ ਤੇ ਧੱਸ ਜੇਗਾ, ਤੇ ਕਿਸੇ ਨੇ ਉਹਨੂੰ ਕੱਢਿਆ ਨਾ ਬਾਹਰ ਤੇ ਉਹ ਅੰਦਰ ਉਹਦੀ ਮੌਤ ਵੀ ਹੋ ਜਾਂਦੀ ਆ। ਕਿਸਾਨ ਨੇ ਵੇਖਿਆ ਕੋਈ ਬੱਚਾ ਚੀਕਾਂ ਮਾਰ ਰਿਹਾ, ਚਲਾ ਰਿਹਾ, ਤੇ ਉੱਥੇ ਪਹੁੰਚਿਆ ਤੇ ਰੱਸਾ ਸੁੱਟ ਕੇ ਉਹ ਬੱਚੇ ਦੀ ਜਿਹੜੀ ਜਾਨ ਆ ਬਚਾ ਦਿੱਤੀ। ਉਹ ਜਿਹੜਾ ਬੱਚਾ ਸੀ ਬਹੁਤ ਹੀ ਅਮੀਰ ਸੀ, ਘਰੋਂ ਬਹੁਤ ਜ਼ਿਆਦਾ ਰਾਈ ਸਨ, ਬਹੁਤ ਜ਼ਿਆਦਾ ਉਹਨਾਂ ਕੋਲ ਪੈਸਾ ਸੀ। ਉਹਨਾਂ ਦੇ ਮਾਂ ਪਿਓ ਆਏ ਤੇ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਵੀ ਸਾਡਾ ਇੱਕ ਲੌਤਾ ਪੁੱਤਰ ਆ ਇਹ, ਤੇ ਤੁਸੀਂ ਇਹਦੀ ਜਾਨ ਬਚਾਈ ਆ, ਤੇ ਆਹ ਪੈਸੇ ਲਓ ਤੇ ਤੁਹਾਡਾ ਜਿਹੜਾ ਗੁਜ਼ਾਰਾ ਸੌਖਾ ਚੱਲੇਗਾ। ਤੁਸੀਂ ਕਿਸਾਨ ਹੋ, ਇੱਕ ਮਜ਼ਦੂਰ ਹੋ। ਉਹ ਕਿਸਾਨ ਕਹਿੰਦਾ ਵੀ ਨਹੀਂ, ਕਿਸੇ ਦੀ ਜਾਨ ਬਚਾਉਣ ਦੇ ਬਦਲੇ ਮੈਂ ਪੈਸੇ ਲਵਾਂ, ਇਹ ਮੈਂ ਕਦੇ ਵੀ ਨਹੀਂ ਚਾਹੁੰਦਾ, ਇਹ ਨਹੀਂ ਮੈਂ ਚਾਹੁੰਦਾ। ਕਹਿੰਦੇ ਠੀਕ ਆ, ਜੇ ਤੂੰ ਪੈਸੇ ਨਹੀਂ ਲੈਣੇ। ਉੱਥੇ ਕੋਲ ਹੀ ਕਿਸਾਨ ਦਾ ਇੱਕ ਛੋਟਾ ਜਿਹਾ ਬੱਚਾ ਸੀ ਖੜਾ। ਕਹਿੰਦੇ ਇਹਨੂੰ ਪੜ੍ਹਾ ਦਿੰਦੇ ਹਾਂ ਅਸੀਂ, ਇਹਨੂੰ ਪੜ੍ਹਾ ਦਿੰਦੇ ਹਾਂ ਅਸੀਂ, ਇਹਦਾ ਸਾਰਾ ਖਰਚਾ ਅੱਜ ਤੋਂ ਸਾਡਾ। ਇਹਨੂੰ ਚੰਗੀ ਯੂਨੀਵਰਸਿਟੀ ਵਿੱਚ ਆਪਾਂ ਦਾਖਲ ਕਰਵਾਵਾਂਗੇ ਤੇ ਪੜ੍ਹਾਵਾਂਗੇ। ਉਹ ਕਹਿੰਦਾ ਠੀਕ ਆ ਵੀ ਚਲੋ ਬੱਚੇ ਨੂੰ ਤੁਸੀਂ ਪੜ੍ਹਾ ਦਿਓ। ਉਹ ਬੱਚੇ ਤੇ ਸਾਰਾ ਖਰਚਾ ਕੀਤਾ। ਉਹ ਵੱਡਾ ਹੋ ਕੇ ਕਿਸਾਨ ਦਾ ਪੁੱਤਰ ਵਿਗਿਆਨੀ ਬਣਿਆ। ਉਹਨੇ ਪੈਨਸਲੀਨ ਦੀ ਕਾਢ ਕੱਢੀ, ਜਿਹਦੇ ਨਾਲ ਬਹੁਤ ਬਿਮਾਰੀਆਂ ਠੀਕ ਹੁੰਦੀਆਂ ਨੇ, ਬਹੁਤ ਜ਼ਿਆਦਾ। ਉਹ ਵਿਗਿਆਨੀ ਬਣ ਗਿਆ। ਕਮਾਲ ਦੀ ਗੱਲ ਇਹ ਹੋ ਗਈ,
ਕਿ ਬਾਅਦ 'ਚ ਜਿਹੜਾ ਉਹ ਰੀਸ ਸੀ ਨਾ ਬੰਦਾ, ਉਹਦਾ ਜਿਹੜਾ ਪੁੱਤਰ ਸੀ ਉਹਨੂੰ ਨਮੂਨੀਆ ਹੋ ਗਿਆ, ਬਹੁਤ ਬਿਮਾਰ ਹੋ ਗਿਆ। ਤੋ ਠੀਕ ਪਤਾ ਕਿਹਦੀ ਦਵਾਈ ਨਾ ਹੋਇਆ, ਇੱਕ ਕਿਸਾਨ ਦੇ ਪੁੱਤਰ ਦੀ ਜਿਹੜੀ ਬਣਾਈ ਹੋਈ ਪੈਨਸਲੀਨ ਸੀ ਨਾ, ਉਹ ਜਿਹੜੀ ਕਾਢ ਕੱਢੀ ਸੀ ਉਹਦੇ ਨਾਲ ਮੁੜ ਕੇ ਉਹਦੀ ਜਾਨ ਬਚੀ। ਡਾਕਟਰਾਂ ਨੇ ਜਵਾਬ ਦਿੱਤਾ, ਕਹਿੰਦੇ ਨਹੀਂ ਬਚਣਾ। ਫਿਰ ਉਹ ਦਵਾਈ ਨਾਲ ਠੀਕ ਹੋਇਆ ਜਿਹੜੀ ਉਹਦੇ ਪਿਤਾ ਨੇ ਕਿਸਾਨ ਦੇ ਬੱਚੇ ਨੂੰ ਪੜ੍ਹਾਇਆ ਤੇ ਉਹਨੇ ਜਿਹਦੀ ਖੋਜ ਕੱਢੀ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ। ਉਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੌਲਤ ਵੱਡੀ ਨਹੀਂ ਹੁੰਦੀ, ਦਇਆ ਵੱਡੀ ਹੁੰਦੀ ਹੈ। ਬੱਚੇ ਤੇ ਤਰਸ ਕੀਤਾ, ਉਹਨੂੰ ਪੜ੍ਹਾਇਆ, ਵਿਗਿਆਨੀ ਬਣਿਆ, ਆਪਦੀ ਖੋਜ ਕੀਤੀ ਉਹਨੇ ਪਦਾਰਥ ਦੀ, ਪੈਨਸਲੀਨ ਦੀ ਕਾਢ ਕੱਢੀ, ਬਹੁਤ ਜਾਨਾਂ ਉਹਦੇ ਨਾਲ ਬਚੀਆਂ। ਬਹੁਤ ਜਾਨਾਂ ਦੇ ਵਿੱਚ ਉਹ ਇੱਕ ਅਮੀਰ ਬੰਦੇ ਦੀ ਜਿਹੜਾ ਪੁੱਤਰ ਸੀ, ਉਹਦੀ ਇਕਲੌਤਾ ਪੁੱਤਰ, ਉਹਦੀ ਜਾਨ ਵੀ ਬਚੀ। ਸੋ ਜੋ ਵੀ ਤੁਸੀਂ ਦੁਨੀਆ ਨੂੰ ਦਓਗੇ ਨਾ, ਜੇ ਤੁਸੀਂ ਦੁੱਖ ਦਓਗੇ ਕਿਸੇ ਨੂੰ, ਇੱਕ ਗੁਣਾ ਨਹੀਂ ਕਈ ਗੁਣਾ ਹੋ ਕੇ ਵਾਪਸ ਮਿਲੂਗਾ। ਜੇ ਸੁੱਖ ਦਓਗੇ ਇੱਕ ਗੁਣਾ ਨਹੀਂ ਕਈ ਗੁਣਾ ਹੋ ਕੇ ਵਾਪਸ ਮਿਲੂਗਾ। ਪਾਤਸ਼ਾਹ ਜੀ ਕਹਿੰਦੇ ਸਰੀਰ ਧਰਤੀ ਆ ਸਿੱਖਾ, ਧਰਤੀ ਆ। ਜਿਵੇਂ ਧਰਤੀ ਵਿੱਚ ਇੱਕ ਬੀਜ ਬੋਇਆ, ਕਈ ਬੀਜ ਨਿਕਲ ਆਏ। ਸਰੀਰ ਨੂੰ ਵੀ ਧਰਤੀ ਜਾਣ। ਸੋ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ। ਜਿਹੜਾ ਸਾਧੂ ਦਾ ਮਾਰਗ ਹੁੰਦਾ ਨਾ, ਤੇ ਜਿਹੜੀ ਧਰਮ ਕੀ ਪੌੜੀ ਹੁੰਦੀ ਆ, ਇੱਥੇ ਚੱਲਣਾ ਬਹੁਤ ਔਖਾ। ਕੋ ਵੱਡ ਭਾਗੀ ਪਾਏ। ਇੱਕ ਫਕੀਰ ਸੀ ਤੇ ਜਾ ਰਹੇ ਸੀ ਰਸਤੇ ਵਿੱਚ, ਸ਼ੈਤਾਨ ਮਿਲਿਆ, ਕੋਈ ਸ਼ੈਤਾਨ ਮਿਲ ਗਿਆ। ਕਹਿੰਦਾ ਜੀ ਕਾਲੇ ਕੱਪੜੇ ਕਿਉਂ ਪਾਏ ਆ? ਫਰੀਦ ਸਾਹਿਬ ਜੀ ਕਹਿੰਦੇ ਨੇ ਨਾ, ਕਾਲੇ ਮੈਂਡੇ ਕੱਪੜੇ ਕਾਲਾ ਮੈਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਕਾਲੇ ਕੱਪੜੇ ਪਾਉਂਦੇ ਨੇ ਕਈ ਫਕੀਰ, ਉਹਦੇ ਵੀ ਪਾਏ ਆਪਣੇ ਵਿੱਚ, ਜਿਵੇਂ ਸਫੇਦ ਪਾ ਲੈਂਦੇ ਨੇ। ਜਿਹੜੇ ਇਸਲਾਮ ਵਿੱਚ ਨੇ ਉਹ ਕਈ ਨੀਲਾ ਬਾਣਾ ਪਾ ਲੈਂਦੇ ਨੇ, ਗੇਰੂ ਰੰਗ ਦੇ ਕਈ ਫਕੀਰ ਪਾਈ ਫਿਰਦੇ ਨੇ। ਸੋ ਉਹਨਾਂ ਦੇ ਕਾਲੇ ਪਾਏ ਸੀ। ਕਹਿੰਦੇ ਤੇਰਾ ਕੌਣ ਮਰ ਗਿਆ? ਵੀ ਕਾਲੇ ਕੱਪੜੇ ਤਾਂ ਜਦੋਂ ਆਪਾਂ ਕੋਈ ਮਰਦਾ ਉਦੋਂ ਪਾਉਂਦੇ ਹੁੰਦੇ ਆ, ਤੇ ਤੂੰ ਕਿਉਂ ਪਾਏ ਨੇ? ਸ਼ੈਤਾਨ ਨੇ ਆਖਿਆ। ਫਕੀਰ ਕਹਿੰਦਾ ਮੇਰੇ ਸਾਰੇ ਹੀ ਮਰ ਗਏ। ਕੌਣ ਮਰ ਗਿਆ? ਕਾਮ ਵੀ ਮਰ ਗਿਆ, ਵਾਸ਼ਨਾ ਵੀ ਮਰ ਗਈ, ਕ੍ਰੋਧ ਵੀ ਮਰ ਗਿਆ, ਲੋਭ ਵੀ ਮਰ ਗਿਆ, ਆਸਾ ਵੀ ਮਰ ਗਈ, ਉਹਦੀ ਭੈਣ ਤ੍ਰਿਸ਼ਨਾ ਵੀ ਮਰ ਗਈ, ਹੰਕਾਰ ਵੀ ਮਰ ਗਿਆ। ਇੱਕ ਰੱਬ ਨਹੀਂ ਮਰਿਆ ਮੇਰੇ ਅੰਦਰ, ਬਾਕੀ ਸਾਰੇ ਮਰ ਗਏ, ਬਾਕੀ ਸਾਰੇ ਮਰ ਗਏ ਨੇ। ਕਹਿੰਦਾ ਅੱਛਾ ਚਲੋ ਪ੍ਰਸ਼ਾਦਾ ਛਕ ਕੇ ਜਾਇਓ। ਫਕੀਰ ਨੂੰ ਆਖਿਆ ਚਲੋ ਜੀ। ਘਰੇ ਲੈ ਆਇਆ, ਥਾਲੀ ਅੱਗੇ ਰੱਖਣ ਲੱਗਾ ਤੇ ਖਿੱਚ ਲਈ ਪਿੱਛੇ। ਕਹਿੰਦਾ ਤੇਰੇ ਵਰਗੇ ਵਿਹਲੜਾਂ ਨੂੰ ਕੌਣ ਛਕਾਵੇ? ਉਹ ਕਹਿੰਦਾ ਕੋਈ ਗੱਲ ਨਹੀਂ, ਠੀਕ ਆ ਜੀ। ਤੁਰ ਕੇ ਜਾਣ ਲੱਗਾ, ਫਿਰ ਆਵਾਜ਼ ਮਾਰ ਲਈ। 70 ਵਾਰ ਉਹਦੀ ਬੇਇੱਜ਼ਤੀ ਕੀਤੀ ਫਕੀਰ ਦੀ। ਪ੍ਰਸ਼ਾਦਾ ਛਕਾਉਣ ਲੱਗਿਆ ਕਰੇ, ਫਿਰ ਥਾਲੀ ਪਿੱਛੇ ਨੂੰ ਖਿੱਚ ਲਿਆ ਕਰੇ। ਜਦੋਂ 70 ਵਾਰ ਬੇਇੱਜ਼ਤੀ ਹੋ ਗਈ ਤਾਂ ਕਹਿੰਦਾ ਵਾਕਈ ਤੇਰੇ ਅੰਦਰੋਂ ਮਰ ਗਏ ਨੇ, ਵਾਕਈ ਤੇਰੇ ਅੰਦਰ ਗੁੱਸਾ ਹੈ ਨਹੀਂ, ਮਰ ਗਿਆ। ਵਾਕਈ ਤੇਰੇ ਅੰਦਰ ਹੰਕਾਰ ਹੈ ਨਹੀਂ, ਮਰ ਗਿਆ। ਵਾਕਈ ਤੇਰੇ ਅੰਦਰ ਲੋਭ ਹੈ ਨਹੀਂ, ਮਰ ਗਿਆ। ਆਸਾ ਤ੍ਰਿਸ਼ਨਾ ਵੀ ਮਰ ਗਈ, ਕੁਝ ਨਹੀਂ ਤੇਰੇ ਅੰਦਰ। ਸ਼ੈਤਾਨ ਨੇ ਆਖਿਆ ਤੂੰ ਅੰਦਰੋਂ ਬਿਲਕੁਲ ਸਾਫ਼ ਆ। ਫਕੀਰ ਨੇ ਆਖਿਆ, ਕਹਿੰਦਾ ਜ਼ਿਆਦਾ ਫੁਸਲਾ ਨਾ ਮੈਨੂੰ, ਜ਼ਿਆਦਾ ਫੁਸਲਾ ਨਾ। ਸਾਧੂ ਦੀ ਮੰਜ਼ਿਲ ਆ ਨਾ ਜਿਹੜੀ ਬਹੁਤ ਅੱਗੇ ਹੁੰਦੀ ਆ। ਇਹ ਕੰਮ ਜਿਹੜਾ ਮੈਂ ਕੀਤਾ ਇੱਕ ਸਵਾਨ ਵੀ ਕਰ ਲੈਂਦਾ, ਇੱਕ ਕੁੱਤਾ ਵੀ ਕਰ ਲੈਂਦਾ, ਕੂਕਰ ਵੀ ਕਰ ਲੈਂਦਾ। ਕਿਵੇਂ? ਹੁਣ ਰੋਟੀ ਪਾ ਦਿਓ, ਪਿੱਛੇ ਪਿੱਛੇ ਆਊਗਾ, ਡਾਂਗ ਮਾਰ ਦਿਓ, ਫਿਰ ਭਜਾ ਦਿਓ, ਫਿਰ ਰੋਟੀ ਪਾ ਦਿਓ, ਫਿਰ ਆ ਜਾਊਗਾ। ਆ ਜਿਹੜਾ ਤੂੰ ਮੇਰੇ ਨਾਲ ਕੀਤਾ ਨਾ, ਇੱਕ ਕੂਕਰ ਵੀ ਕਰ ਲੂਗਾ ਜਿਹੜਾ ਮੈਂ ਤੇਰੇ ਨਾਲ ਕੀਤਾ, ਤੂੰ ਮੇਰੇ ਨਾਲ ਕੀਤਾ। ਇਹ ਜਾਨਵਰ ਵੀ ਕਰ ਲੈਣਗੇ। ਸਾਧੂ ਦੀ ਮੰਜ਼ਿਲ ਤਾਂ ਬਹੁਤ ਅੱਗੇ ਆ, ਇਹਨੂੰ ਬਹੁਤ ਜ਼ਿਆਦਾ ਅੱਗੇ ਆ। ਇਹਨੂੰ ਸਾਧੂ ਦਾ ਮਾਰਗ ਨਾ ਸਮਝੀ। ਸੰਤ ਕਾ ਮਾਰਗ ਧਰਮ ਕੀ ਪੌੜੀ,
को वड भागी पाए। साधु दी मंजिल किते अगे इदों भी अगे अवस्था, इन्नी उच्ची अवस्था हुंदी आ। अपनी कोई एक बार बेइज्जती कर देवे, आपां मुड़ के उहदी दहलीज ते नहीं चढ़दे जाके। वो इंसान दी 70 वार उहदी बेइज्जती कीती ते 70 वार आ गया, क्योंकि अंदर गुस्सा नहीं सी। जे उहदे अंदर गुस्सा हुंदा उहने भी नहीं सी आउणा। सो यह जिहड़ा मार्ग आ ना धर्म का, ये वडभागियां दे हिस्से आया होया वा। ये पौड़ी टंबियां ते कोई विरला ही चढ़दा। तेरा जन एक आद कोई। 4 तरह दे बंदे मनदी आ बाणी, कहंदे 4 तरह दे इंसान हुंदे ने। पहले नंबर ते संसारी हुंदे आ, जिन्हां दी तादाद बहुत ज़्यादा वा, जिहड़े वड्डी गिणती विच ने। पहले नंबर दे अर्थ की ने? जिन्हां दी बहुत गिणती आ, ज़्यादा प्रतिशत ने जिहड़े। दूजे नंबर ते जगियासू हुंदे ने। संसारी आपां उहनूं कहने आ जदों ਉਹ बैठदा ਉਹਦੇ अंदर ਜਾਂ ਤਾਂ ਪਰਿਵਾਰ ਦੀ ਯਾਦ ਹੁੰਦੀ ਹੈ, ਜਾਂ ਬਾਜ਼ਾਰ ਦੀ ਯਾਦ ਹੁੰਦੀ ਹੈ, ਜਾਂ ਕਿਤੋਂ ਕਿੰਨੇ ਲੈਣੇ, ਕਿਤੋਂ ਕਿੰਨੇ ਕਿਹਦੇ ਦੇਣੇ ਨੇ, ਆਹ ਯਾਦਾਂ ਹੁੰਦੀਆਂ ਨੇ। ਜਾਂ ਲੰਘ ਚੁੱਕੇ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ। ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਆ, ਮੇਰੇ ਨਾਲ ਇਵੇਂ ਨਹੀਂ ਹੋਣਾ ਚਾਹੀਦਾ, ਕਿਤੇ ਆਉ ਨਾ ਹੋਵੇ ਹੋ ਜਾਵੇ। ਮੇਰੇ ਨਾਲ ਇਵੇਂ ਹੋਣਾ ਚਾਹੀਦਾ, ਕਿਤੇ ਆਉ ਨਾ ਹੋਵੇ ਹੋਵੇ ਹੀ ਨਾ। ਮੇਰੇ ਨਾਲ ਇਉਂ ਹੋਇਆ ਸੀ, ਕਿਉਂ ਹੋ ਗਿਆ ਇਉਂ। ਜਿਹਦੇ ਅੰਦਰ ਇਹੋ ਜਿਹੀਆਂ ਯਾਦਾਂ ਨੇ ਉਹਨੂੰ ਸੰਸਾਰੀ ਕਿਹਾ ਜਾਂਦਾ। ਜਿਹਦੇ ਅੰਦਰ ਕੁਝ ਜਾਣਨ ਦੀ ਜਿਗਿਆਸਾ ਪੈਦਾ ਹੋ ਗਈ, ਸਵਾਲ ਪੈਦਾ ਹੋ ਗਏ, ਮਨ ਕਿਉਂ ਨਹੀਂ ਟਿਕਦਾ, ਕਿਉਂ ਇਹ ਭੱਜਿਆ ਫਿਰਦਾ। ਜੇ ਮੈਂ ਪਾ ਵੀ ਲਿਆ ਨਾ ਸਭ ਕੁਝ, ਤੇ ਤਾਂ ਵੀ ਪਾ ਕੇ ਕੁਝ ਨਹੀਂ ਪਾਉਣਾ ਜੇ ਮਨ ਨਾ ਟਿਕਿਆ। ਇਹੋ ਜਿਹੇ ਬੰਦੇ ਨੂੰ ਜਿਹੜਾ ਜਾਗ ਜਾਂਦਾ, ਜਗਿਆਸੂ ਕਹਿੰਦੇ ਨੇ, ਜਿਹੜਾ ਜਾਗਿਆ ਹੋਇਆ। ਤੀਸਰੇ ਨੰਬਰ ਤੇ ਫਿਰ ਆਉਂਦਾ ਹੈ ਸਾਧੂ, ਜਿਹੜਾ ਸੱਚ ਤੇ ਚੱਲ ਪੈਂਦਾ, ਜੋ ਗੁਰੂ ਕਹਿੰਦਾ ਸ਼ੰਕਾ ਨਹੀਂ ਕਰਦਾ, ਬਸ ਉਹਨੇ ਚੱਲ ਪੈਣਾ। ਕੋਈ ਸਵਾਲ ਨਹੀਂ, ਕੋਈ ਤਰਕ ਨਹੀਂ, ਬਸ ਜੋ ਗੁਰੂ ਨੇ ਕਹਿਤਾ ਵੀ ਉਹ ਦੇਖ ਸਾਹਮਣੇ, ਇੱਦਾਂ ਇੱਦਾਂ ਕਰਕੇ ਜਾ ਤੇ ਇੱਦਾਂ ਇੱਦਾਂ ਕਰਕੇ ਪਹੁੰਚ ਜਾਏਗਾ। ਉਹਨੇ ਕੋਈ ਸਵਾਲ ਨਹੀਂ ਕਰਨਾ, 7 ਬਚਨ ਕਹਿ ਕੇ ਤੇ ਉਹਨੇ ਚਲਿਆ ਜਾਣਾ। ਉਹਨੂੰ ਸਾਧੂ ਕਹਿੰਦੇ ਨੇ, ਜੋ ਸੱਚ ਤੇ ਤੁਰ ਪੈਂਦਾ, ਜੋ ਤੁਰਦਾ ਤੁਰਦਾ ਇੱਕ ਦਿਨ ਪਹੁੰਚ ਜਾਂਦਾ, ਉਹਨੂੰ ਹੀ ਸੰਤ ਕਾ ਮਾਰਗ ਕਹਿੰਦੇ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਕਹਿੰਦੇ ਜੇ 1000 ਬੰਦੇ ਬੈਠੇ ਹੋਣ ਨਾ, ਤੇ ਉਹਦੇ ਵਿੱਚ 2-3 ਜਗਿਆਸੂ ਹੁੰਦੇ ਨੇ, 2-3 ਜਗਿਆਸੂ ਹੁੰਦੇ ਨੇ ਬਸ, ਵੱਧ ਤੋਂ ਵੱਧ। ਜੇ ਕਹਿੰਦੇ 1000 ਜਗਿਆਸੂ ਬੈਠੇ ਹੋਣ, ਤੇ ਉਹਦੇ ਵਿੱਚ 1-2 ਸਾਧੂ ਹੁੰਦੇ ਨੇ ਸਿਰਫ। ਤੇ ਬਹੁਤ ਦੁਨੀਆ ਬੈਠੀ ਹੋਵੇ, ਕਰੋੜਾਂ ਦੁਨੀਆ ਇਕੱਠੀ ਹੋਈ ਹੋਵੇ, ਉਹ 'ਚ ਇੱਕ ਸੰਤ ਹੁੰਦਾ, ਇੱਕ ਸੰਤ। ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਸੰਤ ਇੱਕ ਲਿਬਾਸ ਦਾ ਨਾਮ ਨਹੀਂ, ਸੰਤ ਇੱਕ ਅਵਸਥਾ ਦਾ ਨਾਮ ਆ, ਅਵਸਥਾ ਦਾ ਨਾਮ ਆ। ਹੇ ਵਾਹਿਗੁਰੂ, ਸ਼ਾਇਰ ਕਹਿੰਦਾ ਜਦੋਂ ਬੈਠਦੇ ਆ ਤੈਨੂੰ ਯਾਦ ਕਰਦੇ ਆ ਨਾ, ਉਦੋਂ ਤੂੰ ਯਾਦ ਨਹੀਂ ਆਉਂਦਾ, ਉਦੋਂ ਪਰਿਵਾਰ ਯਾਦ ਆਉਂਦਾ। ਜਦੋਂ ਤੈਨੂੰ ਵਾਹਿਗੁਰੂ ਯਾਦ ਕਰਨ ਲੱਗਦੇ ਆ, ਉਦੋਂ ਕੰਮ ਧੰਦੇ ਚੇਤੇ ਆਉਂਦੇ ਨੇ, ਪ੍ਰਭਤਾ ਚੇਤੇ ਆਉਂਦੀ ਆ, ਤੇਰੀ ਯਾਦ ਨਹੀਂ ਚੱਲਦੀ ਅੰਦਰ। ਮਾਲਾ ਦੇ ਮਣ ਕੇ ਜਦੋਂ ਫੇਰਦਾ ਮੈਂ, ਸ਼ਾਇਰ ਕਹਿੰਦਾ ਸਿਮਰਤੀ ਵਿੱਚ ਯਾਦਾਂ ਵਿੱਚ ਤੇਰੀਆਂ ਯਾਦਾਂ ਨਹੀਂ ਹੁੰਦੀਆਂ, ਕੁਝ ਹੋਰ ਹੀ ਹੁੰਦਾ। ਗੱਲ ਉਦੋਂ ਨਹੀਂ ਬਣਦੀ, ਸ਼ਾਇਰ ਕਹਿੰਦਾ ਗੱਲ ਉਦੋਂ ਨਹੀਂ ਬਣਦੀ ਜਦੋਂ ਰੱਬ ਨੂੰ ਯਾਦ ਕਰਨਾ ਪਵੇ। ਖਿਆਲ ਕਰਨਾ, ਗੱਲ ਉਦੋਂ ਨਹੀਂ ਬਣਦੀ ਜਦੋਂ ਰੱਬ ਨੂੰ ਯਾਦ ਕਰਨਾ ਪਵੇ। ਗੱਲ ਤਾਂ ਉਦੋਂ ਬਣਦੀ ਹੈ ਜਦੋਂ ਭੁੱਲੇ ਹੀ ਨਾ। ਬਿਲਕੁਲ ਗੱਲ ਉਦੋਂ ਬਣਦੀ ਹੈ ਜਦੋਂ ਭੁੱਲਦਾ ਹੀ ਨਹੀਂ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਜਦੋਂ ਇਉਂ ਚੁੱਭ ਜਾਂਦੀ ਹੈ ਸੁਰਤ, ਉਹਦੇ ਵਿੱਚੋਂ ਨਿਕਲ ਨਹੀਂ ਪਾਉਂਦੀ, ਖੁੱਭ ਜਾਂਦੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ।
ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ। ਕਰੋੜਾਂ ਜਨਮਾਂ ਦੇ ਜਿਹੜੇ ਕਿਲ ਵਿਖ ਹੁੰਦੇ ਨੇ, ਪਾਪ ਜਿਹੜੇ ਹੁੰਦੇ ਨੇ, ਉਦੋਂ ਉਤਰ ਜਾਂਦੇ ਨੇ ਜਦੋਂ ਪੂਰਾ ਗੁਰੂ ਕਿਰਪਾ ਕਰ ਦਿੰਦਾ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਉਦੋਂ ਕਰੇ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ RAM ਨਾਮ ਨਿਸਤਰੀਐ। ਉਦੋਂ ਇਸ਼ਨਾਨ ਹੋ ਜਾਂਦਾ ਮਨ ਦਾ, ਕੇਵਲ ਤਨ ਦਾ ਨਹੀਂ। ਉਦੋਂ ਸਾਧੂਆਂ ਦੇ ਸੰਗ ਹੋ ਕੇ ਤਰ ਜਾਈਦਾ, ਉਹਨਾਂ ਦੀ ਸੰਗਤ ਵਿੱਚੋਂ। ਦੇਖੋ, ਜਿਹੜੀ ਚੀਜ਼ ਦੀ ਸਰੀਰ ਤੱਕ ਪਹੁੰਚ ਆ, ਉਹ ਸਰੀਰ ਨੂੰ ਹੀ ਸਾਫ਼ ਕਰ ਸਕਦੀ ਆ, ਮਨ ਨੂੰ ਨਹੀਂ। ਜਿਹੜੀ ਚੀਜ਼ ਦੀ ਮਨ ਤੱਕ ਪਹੁੰਚ ਹੀ ਨਹੀਂ, ਉਹਨੂੰ ਸਾਫ਼ ਨਹੀਂ ਕਰ ਸਕਦੀ। ਇਸ ਕਰਕੇ ਪਾਤਸ਼ਾਹ ਜੀ ਨੇ ਪਾਣੀ ਦਾ ਤੇ ਬਾਣੀ ਦਾ ਦੋਨਾਂ ਦਾ ਸੁਮੇਲ ਰੱਖਿਆ, ਸੰਗਮ ਰੱਖਿਆ। ਸੰਗਮ ਕੀ ਹੁੰਦਾ? ਇਕੱਠ, ਕਿਸੇ ਚੀਜ਼ ਨੂੰ ਮਿਲਾ ਕੇ ਕੋਈ ਚੀਜ਼ ਤਿਆਰ ਕਰਦੇ ਨਹੀਂ। ਮੈਂ ਇਕੱਲੀ ਇਕੱਲੀ ਚੀਜ਼ ਪਈ ਹੁੰਦੀ ਆ। ਉਦਾਹਰਨ ਜੇ ਲਈਏ, ਖੰਡ, ਆਟਾ ਤੇ ਘਿਓ ਤੇ ਪਾਣੀ, ਜਲ ਇਕੱਠਾ ਕਰਕੇ ਤਿਹਾਵਲ ਕੜਾਹ ਪ੍ਰਸ਼ਾਦ ਬਣਦਾ। ਪਹਿਲਾਂ ਅਲੱਗ-ਅਲੱਗ ਹੁੰਦੇ ਨੇ, ਜਦੋਂ ਆਪਾਂ ਇਕੱਠਾ ਕਰ ਦਿੰਦੇ ਆ ਤੇ ਕਿੰਨਾ ਸਵਾਦਿਸ਼ਟ ਬਣ ਜਾਂਦਾ। ਪਹਿਲਾਂ ਅਲੱਗ-ਅਲੱਗ ਚੀਜ਼ਾਂ ਪਈਆਂ ਹੁੰਦੀਆਂ ਨੇ। ਮਹਾਰਾਜ ਨੇ ਸੋਚਿਆ ਵੀ ਜਲ ਇਹਨੂੰ ਕੇਵਲ ਇਉਂ ਨਾ ਰੱਖੀਏ, ਪਾਣੀ ਨੂੰ ਬਾਣੀ ਨਾਲ ਜੋੜ ਦਈਏ। ਉਹਨਾਂ ਨੇ ਫਿਰ ਪਾਣੀ ਨੂੰ ਬਾਣੀ ਦੇ ਨਾਲ ਜੋੜਿਆ, ਜਲ ਬਣਾ ਦਿੱਤਾ। ਆਪਾਂ ਸ਼ਬਦ ਯੂਜ਼ ਕਰਦੇ ਹਾਂ, ਜਲ ਸਤਿਕਾਰ ਦਿੰਦੇ ਹਾਂ। ਆਮ ਘਰਾਂ ਵਿੱਚ ਆਪਾਂ ਹੁੰਨੇ ਤੇ ਆਪਾਂ ਕਹਿੰਦੇ ਪਾਣੀ। ਜਦੋਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਸਤਿਕਾਰ ਦਿੰਦੇ ਹਾਂ, ਉਹ ਪਾਣੀ ਦੇ ਨਾਲ ਬਾਣੀ ਜੁੜੀ ਹੁੰਦੀ ਆ, ਤਾਂ ਆਪਾਂ ਨੂੰ ਜਲ ਕਹਿਣਾ ਸੋਭਦਾ। ਘਰਾਂ ਦੇ ਵਿੱਚ ਜਿਹੜਾ ਹੁੰਦਾ ਉਹ ਆਪਾਂ ਉਹਨਾਂ ਨਹੀਂ ਕਰ ਪਾਉਂਦੇ। ਉੱਥੇ ਕੀਰਤਨ ਦੀਆਂ ਤਰੰਗਾਂ ਉਹਨਾਂ ਤੇ ਆਉਂਦੀਆਂ ਨੇ ਵਿੱਚ ਦੀ ਹੋ ਕੇ, ਤੇ ਉਹ ਜਲ ਬਣ ਜਾਂਦਾ। ਇੱਕ ਖੋਜ ਦੇ ਦੌਰਾਨ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਕੀ ਕੀਤਾ ਨਾ, ਵਿਗਿਆਨੀਆਂ ਨੇ ਪਾਣੀ ਬਰਤਨ 'ਚ ਪਾ ਕੇ ਨਾ ਰੱਖ ਲਿਆ, ਤਾਂ ਉਹਦੇ ਕੋਲ ਉਹਨਾਂ ਨੇ ਸੰਗੀਤ ਚਲਾਇਆ। ਸੇਮ ਉਹਨਾਂ ਨੇ ਪਾਣੀ ਲਿਆ, ਉਹੀ ਬਰਤਨ, ਇੱਕ ਪਾਣੀ ਕੋਲ ਸਾਰਾ ਦਿਨ ਉਹਨਾਂ ਨੇ ਸੰਗੀਤ ਚਲਾ ਦਿੱਤਾ। ਕੋਈ ਬਹੁਤ ਮਿੱਠਾ ਮਿੱਠਾ ਸੰਗੀਤ ਚੱਲਿਆ ਸਾਰਾ ਦਿਨ। ਇੱਕ ਪਾਣੀ ਉੱਦਾਂ ਹੀ ਪਿਆ ਰਿਹਾ। ਜਦੋਂ ਉਹਨਾਂ ਨੇ ਬਾਅਦ ਵਿੱਚ ਉਹਨੂੰ ਬਹੁਤ ਖੋਜਿਆ ਤੇ ਪਤਾ ਲੱਗਾ ਵੀ ਜਿਹੜੇ ਪਾਣੀ ਕੋਲ ਸੰਗੀਤ ਚੱਲਿਆ, ਉਹ ਪਾਣੀ ਦੇ ਜਿਹੜੇ ਕ੍ਰਿਸਟਲ ਹੁੰਦੇ ਆ, ਉਹਨਾਂ ਦਾ ਆਕਾਰ ਬਣਿਆ ਹੋਇਆ ਸੀ, ਕਿਸੇ ਸ਼ੇਪ ਵਿੱਚ ਜੁੜ ਗਏ ਇੱਕ ਦੂਜੇ ਨਾਲ। ਉਹ ਸੋਹਣੇ ਲੱਗ ਰਹੇ ਸੀ ਦੇਖਣ ਨੂੰ। ਜਿਹੜਾ ਸੰਗੀਤ ਤੋਂ ਵਾਂਝਾ ਸੀ, ਉਹਦੇ ਕ੍ਰਿਸਟਲ ਖਿੰਡੇ ਪਏ ਸੀ। ਜੇ ਘਰ ਦੇ ਵਿੱਚ ਕਹਿੰਦੇ ਜਿਵੇਂ ਸਾਜੋ ਸਮਾਨ ਖਿਲਰਿਆ ਨਹੀਂ ਪਿਆ ਹੁੰਦਾ ਕਮਰੇ 'ਚ, ਉਵੇਂ ਸੀ। ਜਿਹਦੇ ਸੰਗੀਤ ਦੀ ਸੰਗਤ ਕੀਤੀ ਜਿਹੜੇ ਪਾਣੀ ਨੇ, ਉਹ ਇਉਂ ਸੀ ਜਿਵੇਂ ਕਿਸੇ ਸਵਾਣੀ ਨੇ, ਕਿਸੇ ਬੀਬੀ ਨੇ ਬਹੁਤ ਕੂੜੇ ਨੂੰ ਹੂੰਝ ਕੇ ਇਕੱਠਾ ਕਰ ਦਿੱਤਾ ਤੇ ਬੈੱਡ ਸ਼ੀਟ ਚਾਦਰ ਵੀ ਵਿਛਾਈ ਪਈ ਹੋਵੇ, ਤੇ ਜਿਹੜੀ ਚੀਜ਼ ਜਿੱਥੇ ਰੱਖਣੀ ਆ ਉੱਥੇ ਰੱਖੀ ਹੋਵੇ। ਉਹ ਪਾਣੀ ਦਾ ਅੰਦਰੋਂ ਜਿਹੜਾ ਆਕਾਰ ਸੀ ਉੱਦਾਂ ਦਾ ਸੀ, ਜਿਹੜਾ ਸੰਗੀਤ ਦੀ ਸੰਗਤ ਜਿਹਨੇ ਕੀਤੀ ਸੀ। ਸੋ ਉਹਨਾਂ ਨੂੰ ਵੀ ਕਹਿਣਾ ਪਿਆ, ਵਾਕਈ ਪਾਣੀ ਵੀ ਪ੍ਰਭਾਵ ਕਬੂਲਦਾ, ਜੋ ਆਪਾਂ ਇਹਦੇ ਕੋਲ ਬੋਲਦੇ ਹਾਂ ਇਹ ਉਹੋ ਜਿਹਾ ਬਣਨ ਲੱਗ ਜਾਂਦਾ। ਸੋ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਜਲ ਆ, ਜਿਹੜੀਆਂ ਕੀਰਤਨ ਦੀਆਂ ਤਰੰਗਾਂ ਨੇ, ਜਾਂ ਕਿਸੇ ਵੀ ਗੁਰਦੁਆਰੇ ਜਾ ਜੋ ਕੋਲ ਬਾਣੀ ਆਪਾਂ ਪੜ੍ਹਦੇ ਹਾਂ ਤੇ ਜਲ ਪਿਆ, ਉਹਦਾ ਪ੍ਰਭਾਵ ਕਬੂਲੇਗਾ, ਕਬੂਲਦਾ ਉਹ। ਸੰਤੋ RAM ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਐਸੇ ਪਰਮੇਸ਼ਰ ਦਾ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਖਾਂਦਿਆਂ ਉਹਨੂੰ ਯਾਦ ਕਰਨਾ ਚਾਹੀਦਾ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਉਦੋਂ ਮਨ ਪਵਿੱਤਰ ਹੁੰਦਾ ਜਦੋਂ ਆਪਾਂ ਸਤਿਗੁਰ ਕੀ ਸੱਚ ਸਾਖੀ। ਸਾਖੀ ਦੇ ਅਰਥ ਇੱਥੇ ਨੇ ਸਿੱਖਿਆ। ਜਦੋਂ ਸਤਿਗੁਰ ਦੀ ਸੱਚੀ ਸਿੱਖਿਆ ਆਪਾਂ ਗ੍ਰਹਿਣ ਕਰਦੇ ਹਾਂ, ਉਹਨੂੰ ਅਪਣਾ ਲੈਂਦੇ ਹਾਂ,
ਜੋ ਸਤਿਗੁਰ ਕਹਿੰਦਾ ਉਹਨੂੰ ਮੰਨ ਲੈਂਦੇ ਆ। ਮਹਾਤਮਾ ਬੁੱਧ ਜੀ ਦੇ ਪਾਸ ਕੋਈ ਚੱਲ ਕੇ ਆਇਆ ਤੇ ਉਹਨੇ ਆ ਕੇ ਆਖਿਆ, ਬੁੱਧ ਜੀ ਚੰਦਰਮਾ ਤੇ ਦਾਗ ਕਿਉਂ ਆ? ਦੱਸੋ, ਤੁਸੀਂ ਬੁੱਧ ਹੋ। ਆਖੇ ਕੇਤੇ ਕੀਤੇ ਬੁੱਧ। ਜਿੰਨੇ ਵੀ ਬੁੱਧ ਸਾਜੇ ਨੇ ਅੱਜ ਤੱਕ ਰੱਬ ਦੇ ਹੀ ਬਣਾਏ ਹੋਏ ਨੇ। ਬੁੱਧ ਕੱਲਾ ਬੁੱਧ ਹੋ ਨਹੀਂ ਸਕਦਾ। ਜੇ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਸਿਧਾਰਥ ਬੁੱਧ ਬਣਿਆ, ਤਾਂ ਬੁੱਧ ਹੋ ਸਕਿਆ, ਜਿਹਨੂੰ ਗਿਆਨ ਕਰਵਾਇਆ। ਜਿੰਨੇ ਵੀ ਬੁੱਧ ਨੇ ਤੇਰੇ ਹੀ ਸਾਜੇ ਨੇ। ਆ ਕੇ ਆਖਿਆ, ਤੁਸੀਂ ਮਹਾਤਮਾ ਬੁੱਧ ਹੋ। ਚੰਦਰਮਾ ਤੇ ਦਾਗ ਕਿਉਂ ਆ? ਦੀਵੇ ਥੱਲੇ ਹਨੇਰਾ ਕਿਉਂ ਆ? ਦੱਸੋ। ਮਹਾਤਮਾ ਬੁੱਧ ਜੀ ਕਹਿੰਦੇ ਨਾ, ਦੇਖ ਪਿਆਰੇ, ਚੰਦਰਮਾ ਜਦੋਂ ਅਸਮਾਨ ਦੇ ਵਿੱਚ ਹੁੰਦਾ, ਠੰਡਕ ਵਰਤਾਉਂਦਾ, ਪ੍ਰਕਾਸ਼ ਕਰਦਾ, ਕਿੰਨਾ ਸੋਹਣਾ ਲੱਗਦਾ। ਤੇਰਾ ਧਿਆਨ ਸਾਰੇ ਚੰਦਰਮਾ ਨੂੰ ਛੱਡ ਕੇ ਦਾਗ ਵੱਲ ਹੀ ਕਿਉਂ ਗਿਆ? ਘਰ ਦੇ ਵਿੱਚ ਦੀਵਾ ਜਗਾਉਂਦੇ ਆ, ਰੌਸ਼ਨੀ ਕਰਦਾ, ਕੋਈ ਚੀਜ਼ ਲੱਭਣੀ ਹੁੰਦੀ ਆ ਤੇ ਆਪਾਂ ਨੂੰ ਉਹਦੇ ਵਿੱਚ ਆਸਾਨੀ ਹੋ ਜਾਂਦੀ ਆ, ਸੋਹਣਾ ਵੀ ਲੱਗਦਾ ਜਗਦਾ ਹੋਇਆ। ਤੇ ਗਿਆਨ ਦਾ ਪ੍ਰਤੀਕ ਵੀ ਆ ਦੀਵਾ, ਗਿਆਨ ਦਾ ਪ੍ਰਤੀਕ ਆ ਨਾ ਜਿਹੜਾ ਚਾਨਣ ਆ। ਚੰਦਰਮਾ ਠੰਡ ਵਰਤਾਉਂਦਾ, ਪ੍ਰਕਾਸ਼ ਕਰਦਾ, ਤੇਰਾ ਧਿਆਨ ਦਾਗ ਤੇ ਕਿਉਂ ਗਿਆ? ਇਹ ਪਹਿਲਾਂ ਤੂੰ ਦੱਸ। ਦੀਵਾ ਗਿਆਨ ਦਾ ਪ੍ਰਤੀਕ ਆ। ਕੋਈ ਚੀਜ਼ ਲੱਭਣੀ ਹੁੰਦੀ ਆ, ਘਰ ਦੇ ਵਿੱਚ ਰੌਸ਼ਨੀ ਕਰਦਾ, ਆਸਾਨ ਹੋ ਜਾਂਦਾ, ਸੋਹਣਾ ਲੱਗਦਾ ਜਗਦਾ। ਤੇਰਾ ਧਿਆਨ ਦੀਵੇ ਦੇ ਥੱਲੇ ਹੀ ਕਿਉਂ ਗਿਆ? ਤੂੰ ਇਹ ਕਿਉਂ ਲੱਭ ਰਿਹਾ? ਤੂੰ ਸਾਰਾ ਚੰਦਰਮਾ ਛੱਡ ਕੇ ਉਹਦਾ ਦਾਗ ਹੀ ਦੇਖਣਾ ਸੀ। ਤੂੰ ਦੀਵੇ ਦੀ ਲੋਸ਼ ਦੇ ਛੱਡ ਕੇ, ਉਹਦਾ ਪ੍ਰਕਾਸ਼ ਛੱਡ ਕੇ ਉਹਦੇ ਥੱਲੇ ਹੀ ਵੇਖਣਾ ਸੀ। ਉਹਦੇ ਥੱਲੇ ਹਨੇਰਾ ਕਿਉਂ? ਕਹਿੰਦੇ ਜਿਹੋ ਜਿਹੇ ਅਸੀਂ ਆਪ ਹੁੰਨੇ ਆ, ਉਹੋ ਜਿਹਾ ਹੀ ਕੁਛ ਲੱਭਦੇ ਹਾਂ, ਅਸੀਂ ਢੂੰਡਦੇ ਹਾਂ, ਭਾਲਦੇ ਹਾਂ। ਬੁੱਧ ਜੀ ਕਹਿੰਦੇ ਐਵੇਂ ਨਾ ਕਰ। ਤੂੰ ਦਾਗ ਨਾ ਵੇਖ, ਉਹਦੀ ਰੌਸ਼ਨੀ ਵੇਖ, ਉਹਦੀ ਠੰਡਕ ਵੇਖ, ਦੇਖਣ ਦਾ ਢੰਗ ਬਦਲ। ਇੱਕ ਪੁਸਤਕ ਪੜ੍ਹੀ ਮੈਂ, ਦੀ ਸੀਕ੍ਰੇਟ। ਕਹਿੰਦੇ ਨਾ ਦੇਖੋ, ਬੰਦਾ ਚੀਜ਼ਾਂ ਨੂੰ ਉਵੇਂ ਨਹੀਂ ਵੇਖਦਾ ਜਿਵੇਂ ਉਹ ਹੁੰਦੀਆਂ ਨੇ। ਰਹੱਸ ਕੀ ਹੈ ਇਹਦੇ ਪਿੱਛੇ? ਬੰਦਾ ਉਵੇਂ ਦੇਖਦਾ ਜਿਵੇਂ ਉਹ ਆਪ ਹੁੰਦਾ। ਚੀਜ਼ਾਂ ਨੂੰ ਅਸੀਂ ਉਵੇਂ ਨਹੀਂ ਵੇਖਦੇ ਜਿਵੇਂ ਉਹ ਹੈਗੀਆਂ ਨੇ, ਪਈਆਂ ਨੇ। ਜਿਵੇਂ ਦੇ ਅਸੀਂ ਹਾਂ, ਅਸੀਂ ਉਵੇਂ ਦੇਖਦੇ ਹਾਂ। ਇਹ ਰਹੱਸ ਹੀ ਆ। ਕਹਿੰਦੇ ਇੱਕ ਰਹੱਸ ਤਾਂ ਦੇਖੋ, ਜਿੱਦਣ ਖੁਸ਼ ਹੋਵਾਂਗੇ ਨਾ, ਕੰਡੇ ਵੀ ਇਉਂ ਲੱਗਣਗੇ ਜਿਵੇਂ ਫੁੱਲ ਆ, ਖਿੜੇ ਖਿੜੇ ਲੱਗਣਗੇ। ਮੁਰਝਾਏ ਫੁੱਲਾਂ ਨੂੰ ਵੀ ਖਿੜੇ ਦੱਸਾਂਗੇ। ਜਿੱਦਣ ਆਪ ਮੁਰਝਾਏ ਹੋਏ ਆ, ਉਦਣ ਚਾਹੇ ਸਾਹਮਣੇ ਗੁਲਾਬ ਹੋਵੇ, ਕਮਲ ਹੋਵੇ, ਤੇ ਉਹ ਸੋਹਣਾ ਨਹੀਂ ਲੱਗਦਾ ਸਾਨੂੰ, ਉਹਨੂੰ ਵੀ ਮੁਰਝਾਇਆ ਹੋਇਆ ਦੱਸਾਂਗੇ। ਇਸ ਪ੍ਰਕਾਰ ਬੰਦੇ ਦੀ ਜ਼ਿੰਦਗੀ ਆ। ਜਿੱਦਾਂ ਦਾ ਇਹ ਆਪ ਆ, ਉੱਦਾਂ ਦੇ ਇਹ ਸਾਰੇ ਇਹਨੂੰ ਲੱਗਦੇ ਨੇ। ਗੁਰਬਾਣੀ ਨੇ ਮੋਹਰ ਲਾਈ ਆ ਕਿਵੇਂ? ਸੁਖੀਐ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਸੁਖੀ ਬੰਦੇ ਨੂੰ ਤਾਂ ਇਉਂ ਲੱਗੂ ਜਿੱਦਣ ਉਹਦਾ ਕੁਝ ਨਹੀਂ ਦੁਖਦਾ ਵੀ ਸਾਰੇ ਹੀ ਸੁਖੀ ਨੇ। ਜਿੱਦਣ ਉਹਦਾ ਕੁਝ ਦੁਖਦਾ ਹੈ, ਉਹਨੂੰ ਦਰਦ ਆ, ਤਕਲੀਫ ਆ, ਜਾਂ ਮਨ ਕਰਕੇ ਤਕਲੀਫ ਆ, ਜਾਂ ਤਨ ਕਰਕੇ, ਉਹਨੇ ਕਹਿਣਾ ਸਾਰਾ ਸੰਸਾਰ ਹੀ ਦੁਖੀ ਆ, ਮੈਂ ਇਕੱਲਾ ਨਹੀਂ। ਸੁਖੀਏ ਨੂੰ ਸੁਖੀ ਲੱਗਦੇ ਆ, ਦੁਖੀਏ ਬੰਦੇ ਨੂੰ ਸਾਰੇ ਦੁਖੀ ਲੱਗਦੇ ਆ। ਚੀਜ਼ਾਂ ਨੂੰ ਉਵੇਂ ਵੇਖਦੇ ਆ ਅਸੀਂ ਜਿੱਦਾਂ ਦੇ ਅਸੀਂ ਆਪ ਹੁੰਦੇ ਆ, ਜਿੱਦਾਂ ਦੀਆਂ ਹੁੰਦੀਆਂ ਉਵੇਂ ਨਹੀਂ ਅਸੀਂ ਵੇਖਦੇ। ਇਹ ਸੀਕ੍ਰੇਟ ਆ, ਇਹ ਰਹੱਸ ਆ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਜਦੋਂ ਆਪਾਂ ਇਹ ਗੱਲਾਂ ਨੂੰ ਛੱਡ ਕੇ, ਆਪਦੀ ਮੱਤ ਛੱਡ ਕੇ ਵੀ ਚੀਜ਼ਾਂ ਨੂੰ ਇਉਂ ਨਹੀਂ ਦੇਖਣਾ, ਗੁਰੂ ਤੂੰ ਆਪਦੀ ਸਾਨੂੰ ਸਿੱਖਿਆ ਦੇ, ਹੁਣ ਮੈਂ ਉਵੇਂ ਜ਼ਿੰਦਗੀ ਬਸਰ ਕਰਨੀ ਆ, ਜਿਉਣੀ ਆ, ਤਾਂ ਜੀ ਜਿਹੜੇ ਨੇ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਮਹਾਰਾਜ, ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਬਿਗਨ ਵੀ ਦੂਰ ਹੋ ਗਏ, ਸਾਰੇ ਕਲੇਸ਼ ਵੀ ਦੂਰ ਹੋ ਗਏ,
ਸਾਰੇ ਦੁੱਖਾਂ ਦਾ ਡੇਰਾ ਵੀ ਚੱਕਿਆ ਗਿਆ ਜਦੋਂ ਸਤਿਗੁਰ ਦਾ ਨਾਮ ਦ੍ਰਿੜਾਇਆ। ਦ੍ਰਿੜ ਕਰਨਾ ਦੇ ਅਰਥ ਆਪਾਂ ਕਈ ਵਾਰੀ ਕਰ ਵੀ ਚੁੱਕੇ, ਅੱਗੇ ਵੀ ਵਾਰ-ਵਾਰ ਕਿਸੇ ਗੱਲ ਨੂੰ ਪਕਾਈ ਜਾਣਾ। ਕਿਉਂ ਪਕਾਉਣਾ ਪੈਂਦਾ? ਕਰੋੜਾਂ ਵਾਰ ਵਾਹਿਗੁਰੂ ਕਹੋਗੇ ਤੇ ਇੱਕ ਵਾਰੀ ਕਿਹਾ ਜਾਣਾ। ਕਰੋੜਾਂ ਵਾਰ ਗੁਰੂ ਦੁਆਰੇ ਆਓਗੇ ਤਾਂ ਇੱਕ ਵਾਰੀ ਸੱਚੀ ਆਇਆ ਜਾਣਾ। ਕਿਉਂ? ਕਿਉਂਕਿ ਕਦੇ ਮਨ ਕਿਤੇ ਹੁੰਦਾ, ਕਿਸੇ ਦਿਨ ਰਸਨਾ ਕਹੀ ਜਾਂਦੀ ਹੁੰਦੀ ਆ, ਮਨ ਨਹੀਂ ਕਹਿੰਦਾ ਹੁੰਦਾ, ਕਿਤੇ ਸਰੀਰ ਨਹੀਂ ਸਾਥ ਦਿੰਦਾ, ਕਦੇ ਕਿਵੇਂ ਹੋ ਜਾਂਦਾ। ਸੋ ਕਰੋੜਾਂ ਵਾਰ ਵਾਹਿਗੁਰੂ ਕਹਿਣਾ ਪਵੇਗਾ, ਫੇਰ ਕਿਤੇ ਜਾ ਕੇ ਇੱਕ ਵਾਰੀ ਕਹਿਣਾ ਆਵੇਗਾ। ਆਖਣ ਔਖਾ ਸਾਚਾ ਨਾਮ। ਰਹਿਰਾਸ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਕਹਿੰਦੇ ਆਖਣ ਔਖਾ ਸਾਚਾ ਨਾਮ। ਸੱਚਾ ਨਾਮ ਕਹਿਣਾ ਬੜਾ ਔਖਾ। ਸੱਚਾ ਨਾਮ ਕੀ ਆ? ਵਾਹਿਗੁਰੂ। ਮਹਾਰਾਜ ਜੀ ਕਹਿਤਾ ਵਾਹਿਗੁਰੂ, ਬਹੁਤ ਸੌਖਾ। ਫਿਰ ਕਹਿਤਾ ਜੀ ਵਾਹਿਗੁਰੂ। ਸਤਿਗੁਰ ਕਹਿੰਦੇ ਐਵੇਂ ਨਹੀਂ, ਆਖਣ ਔਖਾ ਸਾਚਾ ਨਾਮ। ਜ਼ੁਬਾਨ ਕੱਲੀ ਕਹਿ ਰਹੀ ਆ ਜੇ ਵਾਹਿਗੁਰੂ ਵਾਹਿਗੁਰੂ, ਹਜੇ ਮਨ ਨਹੀਂ ਕਹਿ ਰਿਹਾ। ਮਨ ਨੂੰ ਮਿਲਾ ਕੇ, ਸੁਰਤ ਨੂੰ ਮਿਲਾ ਕੇ, ਸਰੀਰ ਦੀ ਇਕਾਗਰਤਾ ਕਰਕੇ ਕਹਿ ਵਾਹਿਗੁਰੂ, ਇਹ ਬਹੁਤ ਔਖਾ ਵਾ। ਇਹ ਵਾਹਿਗੁਰੂ ਕਹਿਣ ਲਈ ਤੈਨੂੰ ਹਜ਼ਾਰਾਂ ਵਾਰ ਨਹੀਂ, ਲੱਖਾਂ ਵਾਰ ਨਹੀਂ, ਕਰੋੜਾਂ ਵਾਰ, 10 ਕਰੋੜ ਵਾਰ ਕਹਿਣਾ ਪਵੇਗਾ, ਫਿਰ ਕਿਤੇ ਜਾ ਕੇ ਕਿਹਾ ਜਾਣਾ। ਵਿਘਨ ਵਿਨਾਸ਼ਨ। ਜਦੋਂ ਏਦਾਂ ਕਰਕੇ ਵਾਹਿਗੁਰੂ ਕਹਿ ਦਿੱਤਾ ਤਾਂ ਸਾਰੇ ਦੁੱਖਾਂ ਦਾ ਨਾਸ ਹੋ ਗਿਆ। ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ। ਪਾਪ ਵੀ ਗਵਾਚ ਗਏ ਫਿਰ ਤੇ ਕਰਨੇ ਹੀ ਭੁੱਲ ਗਏ, ਪਾਵਨ ਹੋ ਗਏ। ਜਾਂ ਨਾਨਕ ਸੁਖ ਘਰ ਆਇਆ। ਘਰ ਦੇ ਅਰਥ ਇੱਥੇ ਆਹ ਵਾਲਾ ਘਰ ਨਹੀਂ ਜਿਹੜਾ ਆਪਾਂ ਇੱਟਾਂ ਦਾ ਬਣਾਇਆ ਹੋਇਆ। ਘਰ ਦੇ ਅਰਥ ਇੱਥੇ ਇਹ ਨੇ ਵੀ ਹਿਰਦਾ। ਹਿਰਦੇ ਦੇ ਵਿੱਚ ਬੰਦੇ ਦੇ ਸ਼ਾਂਤੀ ਆ ਗਈ, ਸਕੂਨ ਆ ਗਿਆ, ਸੁੱਖ ਆ ਗਿਆ। ਗੁਰਬਾਣੀ ਵਿੱਚ ਕਈ ਵਾਰੀ ਅੱਖਰੀ ਅਰਥ ਹੀ ਨਹੀਂ ਹੁੰਦੇ ਚੀਜ਼ ਦੇ, ਤੇ ਸੰਕੇਤਕ ਅਰਥ ਹੁੰਦੇ ਨੇ, ਭਾਵ ਅਰਥ ਹੁੰਦੇ ਨੇ, ਤੇ ਬਹੁਤ ਤਰ੍ਹਾਂ ਦੇ ਅਰਥ ਹੁੰਦੇ ਨੇ। ਜਿਵੇਂ ਮਹਾਰਾਜ ਹੰਸ ਕਹਿੰਦੇ ਨੇ, ਉੱਥੇ ਹੰਸ ਨਹੀਂ ਹੁੰਦਾ, ਹੰਸ ਦੇ ਅਰਥ ਸੰਤ ਹੁੰਦੇ ਨੇ। ਜਿੱਥੇ ਮਹਾਰਾਜ ਬਗਲਾ ਵਰਤਦੇ ਨੇ ਤਾਂ ਬਗਲਾ ਨਹੀਂ ਹੁੰਦਾ, ਉੱਥੇ ਉਹ ਬੰਦੇ ਨੂੰ ਕਹਿੰਦੇ ਹੁੰਦੇ ਆ ਜਿਹਨੇ ਧਾਰਮਿਕ ਬਾਣਾ ਪਾਲਿਆ ਹੁੰਦਾ ਤੇ ਪਰ ਉਹ ਧਾਰਮਿਕ ਬਾਣੇ ਵਾਲੇ ਕੰਮ ਨਹੀਂ ਕਰਦਾ, ਉਹਨੂੰ ਬਗਲਾ ਕਹਿੰਦੇ ਨੇ। ਇੱਥੇ ਘਰ ਦੇ ਅਰਥ ਆਹ ਘਰ ਨਹੀਂ ਜਿੱਥੇ ਆਪਾਂ ਰਹਿੰਦੇ ਆ। ਘਰ ਦੇ ਅਰਥ ਇੱਥੇ ਨੇ ਹਿਰਦਾ, ਆਪਣਾ ਮਨ। ਮਨ ਦੇ ਵਿੱਚ ਸਕੂਨ ਆ ਗਿਆ। ਜੇ ਮਨ ਦੇ ਵਿੱਚ ਸਕੂਨ ਆ ਗਿਆ ਤਾਂ ਘਰੇ ਤਾਂ ਆਪੇ ਹੀ ਆ ਜਾਣਾ ਨਾ। ਜੇ ਮਨ ਦੇ ਵਿੱਚ ਸਕੂਨ ਨਹੀਂ, ਸ਼ਾਂਤੀ ਨਹੀਂ, ਤੁਸੀਂ ਬਹੁਤ ਮਹਿੰਗੇ ਬੈੱਡ ਤੇ ਹੋ ਤੇ ਤੁਹਾਨੂੰ ਨੀਂਦ ਨਹੀਂ ਆਉਣੀ, ਨੀਂਦ ਨਹੀਂ ਆਵੇਗੀ। ਕਹਿੰਦੇ ਹੁੰਦੇ ਆ ਨਾ ਵੀ ਪੈਸੇ ਨਾਲ ਤਾਂ ਕੋਠੀ ਖੜੀ ਕੀਤੀ ਜਾ ਸਕਦੀ ਆ, ਘਰ ਬਣਦਾ ਹੁੰਦਾ ਪਿਆਰ ਨਾਲ। ਪੈਸੇ ਦੇ ਨਾਲ ਘਰ ਭਰਿਆ ਜਾ ਸਕਦਾ, ਰੱਜ ਆਉਂਦਾ ਹੁੰਦਾ ਸੰਤੋਖ ਦੇ ਨਾਲ। ਪੈਸੇ ਦੇ ਨਾਲ ਕਹਿੰਦੇ ਸਿਹਤ ਨਹੀਂ ਖਰੀਦੀ ਜਾ ਸਕਦੀ, ਪੈਸੇ ਦੇ ਨਾਲ ਡਾਕਟਰ ਨੂੰ ਫੀਸ ਤਾਂ ਦਿੱਤੀ ਜਾ ਸਕਦੀ ਹੈ, ਸਿਹਤ ਨਹੀਂ ਖਰੀਦੀ ਜਾ ਸਕਦੀ। ਸਾਰੀਆਂ ਚੀਜ਼ਾਂ ਕਹਿਣ ਦਾ ਭਾਵ ਜ਼ਰੂਰੀ ਨਹੀਂ ਵੀ ਪੈਸੇ ਨਾਲ ਹੋ ਜਾਣ। ਬਹੁਤੀਆਂ ਚੀਜ਼ਾਂ ਪੈਸੇ ਨਾਲ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਪੈਸੇ ਨਾਲ ਨਹੀਂ ਹੁੰਦੀਆਂ। ਪੈਸੇ ਨਾਲ ਕੋਠੀ ਬਣਦੀ ਆ, ਘਰ ਨਹੀਂ ਬਣਦਾ। ਘਰ ਬਣਦਾ ਪਰਿਵਾਰ ਦੇ ਪਿਆਰ ਨਾਲ। ਪੈਸੇ ਦੇ ਨਾਲ ਡਾਕਟਰ ਨੂੰ ਫੀਸ ਦਿੱਤੀ ਜਾ ਸਕਦੀ ਆ, ਸਿਹਤ ਨਹੀਂ ਖਰੀਦੀ ਜਾ ਸਕਦੀ। ਪੈਸੇ ਦੇ ਨਾਲ ਬੈੱਡ ਲਿਆਂਦਾ ਜਾ ਸਕਦਾ, ਬਹੁਤ ਮਹਿੰਗਾ, ਬਹੁਤ ਮਹਿੰਗਾ। ਉੱਤੇ ਹੀਰੇ ਵੀ ਜੜੇ ਜਾ ਸਕਦੇ ਆ, ਇੱਦਾਂ ਕਰਦੇ ਰਹੇ, ਪਰ ਨੀਂਦ ਨਹੀਂ ਖਰੀਦੀ ਜਾ ਸਕਦੀ ਨਾ। ਨੀਂਦ ਆਵੇਗੀ ਆ ਜੋ ਮਹਾਰਾਜ ਕਹਿ ਰਹੇ ਨੇ, ਜਨ ਨਾਨਕ ਸੁਖ ਘਰ ਆਇਆ। ਹਿਰਦੇ ਵਿੱਚ ਟਿਕਾ ਦੇ ਨਾਲ, ਸ਼ਾਂਤੀ ਦੇ ਨਾਲ ਨੀਂਦ ਆਵੇਗੀ। ਗੁਰੂ ਨਾਲ ਪਿਆਰ ਹੋਣਾ ਚਾਹੀਦਾ। ਸੋ ਇੱਕ ਸਾਖੀ ਦੁਬਾਰਾ ਦੁਹਰਾ ਦਈਏ, ਕਿਉਂਕਿ ਇਹ ਜਿਵੇਂ ਅੱਜ ਦਾ ਦਿਨ ਆ ਤਾਂ ਮੀਂਹ ਪਿਆ ਤਾਂ ਉੱਦਾਂ ਫਿਰ ਜ਼ਿਆਦਾ ਸਮਝ ਆਉਂਦੀ, ਕਿਉਂਕਿ ਆਪਣਾ ਮਨ ਉੱਥੇ ਜੇ ਬਣਿਆ ਹੁੰਦਾ। ਫਰੀਦ ਸਾਹਿਬ ਜੀ ਸਨ, ਸਿੱਖਿਆ ਲੈਂਦੇ ਹੁੰਦੇ ਸੀ ਬਖਤਿਆਰ ਕਾਕੀ ਜੀ ਤੋਂ।
ਉਹਨਾਂ ਕੋਲ ਤਾਲੀਮ ਪੜ੍ਹਨ ਜਾਂਦੇ ਹੁੰਦੇ ਸੀ। ਉਹਨਾਂ ਦੇ ਗੁਰੂ ਸੀ, ਮੁਰਸ਼ਿਦ ਸਨ। ਮੀਂਹ ਬਹੁਤ ਪਿਆ। ਪੁਰਾਣਾ ਜ਼ਮਾਨਾ, ਚਿੱਕੜ ਹੋ ਗਿਆ ਗਲੀਆਂ ਦੇ ਵਿੱਚ, ਮੀਂਹ ਵੀ ਪੈ ਰਿਹਾ। ਪਹਿਲਾਂ ਕਹਿੰਦੇ ਜਾਵਾਂ ਕਿ ਰਹਿਣ ਦਾ, ਚਲਿਆ ਜਾਵਾਂ ਕਿ ਰਹਿਣ ਦਾ। ਚਿੱਕੜ ਵੀ ਬਹੁਤ ਆ, ਮੀਂਹ ਵੀ ਪੈ ਰਿਹਾ, ਤੇ ਤੀਜੀ ਗੱਲ ਘਰ ਵੀ ਦੂਰ ਆ ਉਹਨਾਂ ਦਾ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ। ਹੁਣ ਤਾਂ ਜਿਵੇਂ ਪੱਕੀਆਂ ਸੜਕਾਂ ਨੇ ਨਾ, ਏਦਾਂ ਥੋੜ੍ਹੀ ਸੀ। ਮੀਂਹ ਵੀ ਪੈ ਰਿਹਾ, ਘਰ ਵੀ ਦੂਰ ਆ, ਚਿੱਕੜ ਵੀ ਆ। ਕੀ ਕਰਾਂ, ਜਾਵਾਂ ਕਿ ਨਾ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ, ਪਰ ਮੇਰਾ ਪਿਆਰ ਵੀ ਬਹੁਤ ਆ। ਜੇ ਨਹੀਂ ਜਾਂਦਾ ਨਮਾਜ਼ ਖੁੱਸਦੀ ਆ, ਜੇ ਨਹੀਂ ਜਾਂਦਾ ਮੁਰਸ਼ਿਦ ਦੇ ਪਾਸ ਤਾਂ ਨਮਾਜ਼ ਖੁੱਸਦੀ ਆ। ਫਿਰ ਕਹਿੰਦੇ ਫੈਸਲਾ ਕਰ ਹੀ ਲਿਆ। ਜਿਵੇਂ ਮਨ ਕਹਿੰਦਾ ਹੁੰਦਾ ਨਾ, ਜਾਈਏ ਕਿ ਨਾ ਜਾਈਏ। ਦੇਖੋ, ਪਹਿਲਾਂ ਉਹਨਾਂ ਨੇ ਸਵਾਲ ਖੜਾ ਕੀਤਾ, ਕਹਿੰਦੇ ਜਾਵਾਂ ਕਿ ਨਾ ਜਾਵਾਂ। ਫਿਰ ਅੱਗੇ ਜਵਾਬ ਵੀ ਦੇ ਦਿੱਤਾ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇਹੂੰ। ਕਹਿੰਦੇ ਕੰਬਲੀ ਭਿੱਜਦੀ ਤਾਂ ਭਿੱਜੇ, ਪੈਰ ਆ ਜਿਹੜੇ ਲਿਬੜਦੇ ਤਾਂ ਲਿਬੜ ਜਾਣ ਗਾਰੇ ਨਾਲ। ਕੰਬਲੀ ਸੁਕਾ ਲਾਂਗੇ, ਧੁੱਪ ਨਿਕਲੀ ਆਉਣੀ ਆ, ਅੱਜ ਨਹੀਂ ਤਾਂ ਕੱਲ ਸੁਕਾ ਲਾਂਗੇ। ਪੈਰ ਜਰਦੀ ਮੈਲ ਹੁੰਦੇ ਨੇ, ਧੋ ਲਾਂਗੇ। ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇਹੂੰ। ਹੇ ਮੀਂਹ ਤੂੰ ਨਹੀਂ ਹਟਣਾ ਨਾ ਹਟ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾ ਹੀ ਨੇ। ਮੈਂ ਆਪਦੇ ਮੁਰਸ਼ਿਦ ਕੋਲ ਜਾਵਾਂਗਾ ਨਮਾਜ਼ ਪੜ੍ਹਨ ਵਾਸਤੇ, ਸਿੱਖਿਆ ਲੈਣ ਵਾਸਤੇ। ਨੇ ਨਹੀਂ ਟੁੱਟਣਾ ਚਾਹੀਦਾ, ਪਿਆਰ ਨਹੀਂ ਟੁੱਟਣਾ ਚਾਹੀਦਾ, ਸਨੇਹ ਨਹੀਂ ਟੁੱਟਣਾ ਚਾਹੀਦਾ। ਕੰਬਲੀ ਭਿੱਜੇ ਸੁਕਾ ਲੂੰਗਾ, ਪੈਰ ਗਾਰੇ ਨਾਲ ਲਿਬੜ ਜਾਣ ਧੋ ਲੂੰਗਾ, ਕੱਪੜੇ ਵੀ ਧੋ ਲੂੰਗਾ, ਪਰ ਤੇਰੇ ਨਾਲੋਂ ਸਨੇਹ ਨਹੀਂ ਟੁੱਟਣਾ ਚਾਹੀਦਾ। ਸੋ ਇੱਦਾਂ ਕਰਕੇ ਫਰੀਦ ਜੀ ਆਪਦਾ ਫੈਸਲਾ ਦੱਸ ਰਹੇ ਨੇ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਵੋ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਅੱਜ ਮੀਂਹ ਪਿਆ, ਸੰਗਤ ਦਾ ਕਿੰਨਾ ਫਰਕ ਪੈ ਗਿਆ। ਪਾਤਸ਼ਾਹ ਜੀ ਕਹਿੰਦੇ ਨੇ ਵੀ ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜਦੋਂ ਕੱਚੇ ਰਾਹ ਹੁੰਦੇ ਸੀ, ਮਸਜਿਦ ਵੀ ਬੜੀ ਦੂਰ ਹੁੰਦੀ ਸੀ, ਅੱਲਾ ਦਾ ਘਰ ਵੀ ਬੜਾ ਦੂਰ ਹੁੰਦਾ ਸੀ, ਸੁੱਖ ਸਹੂਲਤਾਂ ਵੀ ਕੋਈ ਨਹੀਂ ਸੀ। ਭਗਤ ਜੀ ਕਹਿੰਦੇ ਉਦੋਂ ਕਹਿ ਰਹੇ ਆ ਵੀ ਮੈਂ ਜਾਵਾਂਗਾ। ਅੱਜ ਸਭ ਕੁਝ ਉਪਲਬਧ ਆ, ਕੁਝ ਕਰਕੇ ਵੀ ਆਪਾਂ ਪਹੁੰਚ ਸਕਦੇ ਹਾਂ, ਪਰ ਆਪਾਂ ਆ ਨਹੀਂ ਰਹੇ। ਤਾਂ ਇੱਥੇ ਗੱਲ ਕਹਿਣੀ ਬਣਦੀ ਆ ਵੀ ਹਜੇ ਗੁਰੂ ਨੂੰ ਉਹ ਰੁਤਬਾ ਅਸੀਂ ਦੇ ਹੀ ਨਹੀਂ ਸਕੇ ਜਿਹੜਾ ਹਜੇ ਧੀਆਂ ਪੁੱਤਰਾਂ ਨੂੰ ਦੇਈ ਫਿਰਦੇ ਹਾਂ। ਹਜੇ ਗੁਰੂ ਸਾਡੇ ਲਈ ਉਹ ਜਗ੍ਹਾ ਨਹੀਂ ਰੱਖਦਾ ਜਿਹੜਾ ਹਜੇ ਪਰਿਵਾਰ ਰੱਖਦਾ। ਵੀ ਜਿੰਨਾ ਸਾਡਾ ਪਰਿਵਾਰ ਦੇ ਨਾਲ ਪਿਆਰ ਆ, ਇਹ ਨਹੀਂ ਕਹਿ ਰਹੇ ਵੀ ਪਰਿਵਾਰ ਨਾਲ ਪਿਆਰ ਨਹੀਂ ਹੋਣਾ ਚਾਹੀਦਾ, ਪਰ ਜੋ ਹਜੇ ਜਿੰਨਾ ਪਿਆਰ ਪਰਿਵਾਰ ਨਾਲ ਆ, ਉਹਨਾਂ ਹਜੇ ਗੁਰੂ ਨਾਲ ਬਣਿਆ ਨਹੀਂ। ਇਹ ਗੱਲਾਂ ਸਾਫ਼ ਆਪਾਂ ਨੂੰ ਨਜ਼ਰ ਆਉਂਦੀਆਂ ਨੇ। ਮਹਾਰਾਜ ਸਾਡੇ ਤੇ ਕਿਰਪਾ ਕਰਨ। ਇਹੀ ਅੱਜ ਗੁਰੂ ਪਾਤਸ਼ਾਹ ਜੀ ਨੇ ਵਿਚਾਰ ਦੱਸੀ ਹੈ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਪ੍ਰਵਾਨ ਕਰੋ। ਭੁੱਲ ਚੁੱਕ ਦੀ ਖਿਮਾ ਪਾਤਸ਼ਾਹ ਜੀ ਕਿਰਪਾ ਕਰਨ। ਸੋ ਅੱਜ ਆਪਣੇ ਨਗਰ ਦੇ ਵਿੱਚ ਸ਼ਾਮ ਨੂੰ ਤਕਰੀਬਨ 4 ਵਜੇ ਕਹਿੰਦੇ ਆ ਵੀ ਨਗਰ ਕੀਰਤਨ ਜਿਹੜਾ ਹਰ ਸਾਲ ਹੀ ਆਉਂਦਾ ਹੈ ਅਨੰਦਪੁਰ ਸਾਹਿਬ ਤੋਂ ਚੱਲ ਕੇ। ਸੋ ਇੱਥੇ 4 ਵਜੇ ਤਕਰੀਬਨ ਆ ਜਾਵੇਗਾ। ਇਹ ਕਹਿ ਰਹੇ ਨੇ, ਬਾਕੀ ਹੁਣ ਆਪਣੇ ਨਗਰ ਦਾ ਨਾਂ ਹੋਣ ਕਰਕੇ ਆਪਾਂ ਪੱਕਾ ਨਹੀਂ ਕਹਿ ਸਕਦੇ, ਇੱਧਰ ਉੱਧਰ ਸਮਾਂ ਹੋ ਸਕਦਾ। ਸੋ ਬੇਨਤੀਆਂ ਨੇ। ਉਦੋਂ ਵੀ ਭਾਈ ਆਪ ਜੀ ਨੇ ਇੱਥੇ ਗੁਰੂਦੁਆਰੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਆ। ਇਹ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਸਤਿਗੁਰ ਕੀ ਸ਼ਾਨ ਬੜੀ ਨਿਰਾਲੀ ਆ, ਬੋਲਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਪਿਆਰੀ ਸਾਧ ਸੰਗਤ ਅਤੇ ਸਤਿਗੁਰੂ ਜੀ ਆਪ ਹੀ ਬਖਸ਼ ਲੈਣ। ਆਓ ਹੁਣ ਆਪਾਂ ਪਿਆਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰੀਏ ਜੀ।
देहो सज्जन सीसड़ियाँ ज्यों होवै साहिब स्यों मेल। वाहिगुरु जी का खालसा वाहिगुरु जी की फतेह। तू ठाकुर तुम पह अरदास जियो पिंड सब तेरी। तुम मात पिता हम